ਸਾਰਿਆਂ ਦਾ ਧੰਨਵਾਦ। ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਲੋਕ ਸੱਚ ਨੂੰ ਸੁਣ ਰਹੇ ਹੋ, ਘੱਲੂਘਾਰੇ ਦੇ ਤੀਸਰੇ ਘੱਲੂਘਾਰੇ ਦੀ ਚੌਥੀ ਕੜੀ 'ਚ ਸੋਮਵਾਰ ਤੋਂ ਸ਼ੁਰੂ ਕੀਤਾ ਆਪਣਾ ਪ੍ਰੋਗਰਾਮ। ਅੱਜ ਚੌਥੇ ਦਿਨ ਦੇ ਵਿੱਚ ਹੈ। ਅੱਜ ਦੀ ਲੜੀ ਦੇ ਵਿੱਚ ਆਪਾਂ ਸਟੇਟ ਦਾ ਪ੍ਰੋਸਪੈਕਟ ਅਜੇਪਾਲ ਸਿੰਘ ਬਰਾੜ ਉਹਨਾਂ ਨੇ ਆਪਾਂ ਨੂੰ ਸਮਝਾ ਦਿੱਤਾ ਵੀ ਕੀ ਡੋਮੀਨੀਅਨ ਜਦ ਪਾਵਰ ਜਦ ਸ਼ਿਫਟ ਹੋਈ ਹੈ, ਉਸ ਤੋਂ ਬਾਅਦ ਤਾਜ ਖੁੱਸ ਜਾਣ ਦਾ ਡਰ, ਕਿਵੇਂ ਘੱਟ ਗਿਣਤੀ ਤੇ ਦਬਕਾ ਮਾਰ ਕੇ ਬਾਕੀ ਦੇਸ਼ ਨੂੰ ਸੁਨੇਹਾ ਕਿਵੇਂ ਦਿੱਤਾ ਹੈ, ਇਸ ਦੀ ਗੱਲ ਅੱਜ ਮੈਂ ਬੇਨਤੀ ਕੀਤੀ ਹੈ ਭਾਈ ਸਾਹਿਬ ਮਨਧੀਰ ਸਿੰਘ ਹੋਣਾ ਨੂੰ, ਜਿਨ੍ਹਾਂ ਨੂੰ ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਤੇ ਜਿਨ੍ਹਾਂ ਦੀ ਸਰਲ ਭਾਸ਼ਾ, ਸਿੱਧੀ ਪਿੰਡਾਂ ਦੀ ਭਾਸ਼ਾ, ਆਮ ਅਸੀਂ ਪੇਂਡੂ ਵਰਗ ਹੈ ਜਿਹੜਾ 70% ਇੱਥੇ ਬੈਠਾ, ਉਹਨਾਂ ਦੇ ਬਹੁਤ ਦੀਦੇ 'ਚ ਛੇਤੀ ਪੈਂਦੀ ਹੈ, ਦਿਮਾਗ 'ਚ ਗੱਲ ਆ ਜਾਂਦੀ ਹੈ। ਉਹਨਾਂ ਦੇ ਨਾਲ ਮੈਂ ਅੱਜ ਗੱਲਬਾਤ ਕਰਨੀ ਹੈ ਕਿ 1970 ਤੋਂ, ਜੇ ਉਹ 47 ਤੋਂ ਵੀ ਆਪਾਂ ਤੋਰ ਲਈਏ ਕਿ 47 ਤੋਂ 84 ਦਾ ਜਿਹੜਾ ਸਮਾਂ ਹੈ ਉਹ ਸਿੱਖ ਲੀਡਰਸ਼ਿਪ ਤੇ ਇਹ ਸਮਾਂ ਕਿਵੇਂ ਜਲਦੀ ਜਿਹੜਾ ਹੈ ਬਦਲਿਆ ਤੇ 1984 ਦਾ ਤੀਸਰਾ ਘੱਲੂਘਾਰਾ, ਇਹ ਗੱਲਬਾਤ ਹੋਏਗੀ। ਤੇ ਉਸ ਤੋਂ ਬਾਅਦ ਘੱਲੂਘਾਰੇ ਤੋਂ ਬਾਅਦ ਜਿਹੜੀਆਂ ਤਬਦੀਲੀਆਂ ਆਈਆਂ ਸਿੱਖ ਕੌਮ ਦੇ ਵਿੱਚ, ਜਿਹੜੀਆਂ ਹੁਣ ਅਸੀਂ ਤਬਦੀਲੀਆਂ ਵੇਖ ਰਹੇ 36 ਸਾਲਾਂ 'ਚ, ਉਹਨਾਂ ਦੇ ਬਾਰੇ ਮੈਂ ਗੱਲਬਾਤ ਕਰਾਂਗਾ। ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਬਹੁਤ ਬਹੁਤ ਜੀ। ਦੇਰ ਰਾਤ ਗਏ ਤੁਸੀਂ ਅੱਜ ਬੇਨਤੀ ਮੰਨੀ ਤੇ ਬਹੁਤ ਇਸ ਗੱਲ ਦਾ ਮਾਣ ਹੈ, ਕਿਉਂਕਿ ਨਹੀਂ ਔਖਾ ਹੋ ਜਾਂਦਾ, ਦਿਨੇ ਵੀ ਸਾਰੇ ਸਮਾਰੋਹ ਚੱਲ ਰਹੇ ਨੇ, ਪਰ ਰਾਤ ਹੁਣ 12 ਵਜੇ ਨੇ ਤੇ ਗੁਰੂ ਦੀ ਨਗਰੀ ਦੇ ਨੇੜੇ ਤੁਸੀਂ, ਅਨੰਦਪੁਰ ਸਾਹਿਬ ਦੇ ਨੇੜੇ ਪਿੰਡ ਹੈ ਤੁਹਾਡਾ, ਬਹੁਤ ਵਧੀਆ ਤੇ ਤੁਸੀਂ ਤੁਹਾਡੀ ਗੱਲਬਾਤ ਲੋਕਾਂ ਨੂੰ ਸਮਝ ਬਹੁਤ ਆਉਂਦੀ ਹੈ ਸਿੱਧੀ ਸ਼ਬਦਾਂ ਦੇ ਨਾਲ। ਜੇ ਜੀ ਮੈਂ ਇਸ ਨੂੰ ਆਪਣੇ ਕੋਲ ਆਪਾਂ ਘੰਟਾ ਤੁਹਾਡਾ ਲੈਣਾ, ਮੈਂ 1947 ਤੋਂ ਬਾਅਦ ਜਿਹੜੀ ਟ੍ਰਾਂਜੀਸ਼ਨ ਆਫ ਪਾਵਰ ਤੋਂ ਬਾਅਦ ਸਿੱਖਾਂ ਦੇ ਨਾਲ, ਜਾਂ ਸਿੱਖ ਇਹ ਚਾਹੁੰਦੇ, ਸਿੱਖਾਂ ਨੂੰ ਇਹ ਮੰਨਿਆ ਜਾਂਦਾ ਕਿ ਉਹਨਾਂ ਨੇ ਆਜ਼ਾਦੀ ਲਈ ਘਾਲਣਾ ਕੀਤੀ। ਹਾਲਾਂਕਿ ਇਸ ਦਾ ਦਰਸਾਨ ਦੇਣਾ ਬੜਾ ਔਖਾ ਕਿ ਗਦਰੀ ਬਾਬੇ ਜਦ ਇੱਥੋਂ ਤੁਰੇ ਤਾਂ ਉਹ ਕਿਹੜਾ ਦੇਸ਼ ਆਜ਼ਾਦ ਕਰਨ ਲਈ ਤੁਰੇ ਸੀ, ਉਹਨਾਂ ਦੀ ਸੋਚ ਕਿਹੜੇ ਫਲਸਫੇ 'ਚੋਂ ਆ ਰਹੀ ਸੀ। ਪਰ 47 ਤੋਂ ਬਾਅਦ ਜੇ ਆਪਾਂ ਤੁਰੀਏ, ਸਿੱਖਾਂ ਨੂੰ ਬੇਗਾਨਗੀ ਜਿਹੜੀ ਮਹਿਸੂਸ ਹੋਣੀ ਸ਼ੁਰੂ ਹੋਈ। ਬਹੁਤ ਘੱਟ ਗਿਣਤੀ ਦੇ ਲੋਕ ਉਸ ਬਹੁਤ ਪਛਾਵੀ, ਬਹੁਤ ਸੱਭਿਅਕ ਤੇ ਬਹੁਤ ਧਰਮਾਂ ਦਾ ਉਹ ਦੇਸ਼ ਹੈ। ਸਿੱਖਾਂ ਨੂੰ ਮਹਿਸੂਸ ਜਿਹੜਾ ਹੋਣ ਲੱਗਿਆ, ਉਹ ਕਿਉਂ ਹੋਣ ਲੱਗਿਆ? ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ, ਜਿਹਦੇ ਇਕੱਲੇ ਸਿੱਖਾਂ ਦੀ ਉਹ ਮੰਗ ਰਹਿ ਗਈ ਤੇ ਬਾਕੀ ਪੰਜਾਬ ਦੇ ਨੌਨ ਸਿੱਖ ਜਿਹੜੇ ਸੀ ਉਹ ਇਸ ਤੋਂ ਪਰਾਂ ਕਿਉਂ ਹੋਏ? ਇਕੱਲੀ ਗੱਲ ਇਉਂ ਕਿਉਂ ਲੱਗਣ ਲੱਗੀ ਤੇ ਦੇਸ਼ ਦਾ ਦੀ ਅਖੰਡਤਾ ਨੂੰ ਖਤਰਾ ਦੇ ਜਿਹੜੇ ਰਾਗ ਅਲਾਪਣ ਲੱਗੇ? ਇਹ ਮੈਂ 1984 ਤੱਕ ਲੈ ਕੇ ਆਉਣਾ ਚਾਹੁੰਦਾ। ਤੇ 47 ਤੋਂ ਬਾਅਦ ਜੇ ਸਡਨ ਆਪਾਂ ਸ਼ੁਰੂ ਕਰੀਏ, ਉਸ ਸਮੇਂ ਦੀ ਸਿੱਖ ਲੀਡਰਸ਼ਿਪ ਤੇ ਦਿੱਲੀ ਦਾ ਆਪਸ ਵਿੱਚ ਤਾਲਮੇਲ ਕਿਹੜੀ ਗੱਲੋਂ ਟੁੱਟਿਆ? ਗੱਲ ਕਿੱਥੋਂ ਸ਼ੁਰੂ ਹੋਈ ਜਿੱਥੋਂ ਲੱਗਿਆ ਕਿ ਨਹੀਂ ਇਹ ਸਾਡੇ ਅਸੀਂ ਗਲਤ ਕਰ ਬੈਠੇ? ਇਹ ਮਹਿਸੂਸ ਕਿਵੇਂ ਹੋਇਆ? ਹਾਂਜੀ, ਪਹਿਲੀ ਤਾਂ ਮੈਂ ਇੱਕ ਬੁਨਿਆਦੀ ਗੱਲ ਮਤਲਬ ਸਪਸ਼ਟ ਕਰਨਾ ਚਾਹੁੰਦਾ ਹਾਂ ਨਾ, ਕਿਉਂਕਿ ਇੰਨਾ ਟਾਈਮ ਤੱਕ ਬੁਨਿਆਦਾਂ ਸਪਸ਼ਟ ਨਾ ਹੋਣ, ਉਹਨਾਂ ਟਾਈਮ ਤੱਕ ਕਈ ਵਾਰ ਸਾਨੂੰ ਉੱਪਰ ਵਾਲੀਆਂ ਜਿਹੜੀਆਂ ਚੀਜ਼ਾਂ, ਜਿਹੜੀਆਂ ਬਾਅਦ ਵਾਲੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਦਿਖ ਰਹੀਆਂ ਇਵੈਂਟਸ, ਉਹ ਸਮਝ ਨਹੀਂ ਆਉਂਦੀਆਂ। ਤੋ ਬੁਨਿਆਦੀ ਰੂਪ ਦੇ ਵਿੱਚ ਜਿਹੜੀ ਇਹ ਸਾਰੀ ਜੰਗ ਹੋਇਆ 84 ਦੇ ਵਿੱਚ, ਉਹਦੀ ਬੁਨਿਆਦ ਇਸ ਗੱਲ ਦੇ ਵਿੱਚ ਪਈ ਆ ਕਿ ਜਿਹੜੀ ਇੱਕ ਪਾਸੇ ਧਿਰ ਸੀਗੀ, ਜਿਹੜੀ ਸਿੱਖਾਂ ਦੀ ਨੁਮਾਇੰਦਾ ਧਿਰ ਸੀਗੀ, ਚਾਹੇ ਉਹਦੇ ਵਿੱਚ ਅਕਾਲੀ ਦਲ ਸੀਗਾ, ਚਾਹੇ ਸੰਤ ਜਰਨੈਲ ਸਿੰਘ ਪਿੰਡਰਾਲੇ ਰਹੇ ਜਾਂ ਉਹਦੇ ਬਾਅਦ ਖਾੜਕੂ ਮੂਵਮੈਂਟ ਰਹੀ ਜੀ, ਉਹ ਇੱਕ ਗੁਰਮੁਖਤਾਈ ਦੀ ਜਿਹੜੀ ਫਿਰਤੀ ਆ ਉਹਦੀ ਨੁਮਾਇੰਦਾ ਧਿਰ ਸੀ ਜੀ। ਦੂਸਰੇ ਪਾਸੇ ਜਿਹੜੀ ਸਿੱਖਾਂ ਦੀ ਸਟਰਗਲ ਰਹੀ ਹੈ ਜਿਸ ਧਿਰ ਦੇ ਨਾਲ, ਉਹ ਚਾਹੇ ਮੁਗਲ ਅੰਪਾਇਰ ਸੀਗੀ, ਚਾਹੇ ਅੰਗਰੇਜ਼ ਸੀਗੇ, ਚਾਹੇ ਹੋਣ ਵਾਲਾ ਵਿਪਰਵਾਦੀ ਦਿੱਲੀ ਤਖਤ ਹੈ, ਉਹ ਮਨਮੁਖਤਾਈ ਦੀ ਬਿਰਤੀ ਦੀ ਨੁਮਾਇੰਦਾ ਧਿਰ ਹੈ। ਤੋ ਜਿਸ ਤਰ੍ਹਾਂ ਦਾ ਆਪਾਂ ਗੁਰਮਤ ਦੇ ਨਜ਼ਰੀਏ ਤੋਂ ਆਪਾਂ ਦੇਖਦੇ ਹਾਂ, ਤੋ ਉਹਦੇ ਵਿੱਚ ਇਹ ਜਿਹੜੀਆਂ ਦੋ ਬੁਨਿਆਦੀ ਬਿਰਤੀਆਂ ਨੇ ਜਿਨ੍ਹਾਂ ਦੀ ਗੱਲ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਹਨਾਂ ਦੇ ਵਿੱਚ ਬੁਨਿਆਦੀ ਟੱਕਰ ਹੈਗੀ ਹੈ।
तो क्योंकि ਉਹ ਜਿਹੜੀ ਗੁਰਮੁਖਤਾਈ ਵਾਲੀ ਧਿਰ ਹੈ ਉਹਨੇ ਨਿਆਂ ਦੇ ਲਈ, ਬਰਾਬਰਤਾ ਦੇ ਲਈ, ਸਾਂਝੀਵਾਲਤਾ ਦੇ ਲਈ, ਸਰਬੱਤ ਦੇ ਭਲੇ ਦੇ ਲਈ ਮਤਲਬ ਉਹਨੇ ਸਟਰਗਲ ਕਰਨੀ ਆ। ਇਹ ਖਾਲਸੇ ਦਾ ਵਿਰਧ ਹੈ। ਜਿਹੜੀ ਮਨਮੁਖਤਾਈ ਵਾਲੀ ਧਿਰ ਹੈ ਉਹਨੇ ਹਾਉ ਦੇ ਵਸ ਹੋ ਕੇ, ਪੰਜੇ ਬਕਾਰਾਂ ਦੇ ਵਸ ਹੋ ਕੇ ਆਪਣੇ ਫਾਇਦੇ ਦੇ ਲਈ ਉਹਨੇ ਕਾਰਜ ਕਰਨਾ। ਤੋ ਇਸ ਬੁਨਿਆਦੀ ਜਿਹੜੀ ਇੱਕ ਕੁਦਰਤੀ ਇੱਕ ਟੱਕਰ ਪਈ ਆ ਕੁਦਰਤ ਦੇ ਵਿੱਚ ਧਿਰਾਂ ਦੀ, ਉਸ ਦੇ ਵਿੱਚੋਂ ਹੀ ਇਹ ਸਾਰੀ ਜਿੰਨੀ ਸਾਰੀ ਸਟਰਗਲ ਹੈਗੀ ਆ, ਚਾਹੇ ਉਹ 47 ਤੋਂ ਪਹਿਲਾਂ ਸੀਗੀ, ਚਾਹੇ 47 ਤੋਂ ਬਾਅਦ ਸੀਗੀ, ਉਹਦੇ ਵਿੱਚੋਂ ਹੀ ਨਿਕਲਦੀ ਜੀ। ਤੋ 47 ਤੋਂ ਬਾਅਦ ਜਿਹੜੀ 84 ਤੱਕ ਗੱਲ ਗਈ ਆ, ਉਹ ਯਾਨੀ ਕਿ ਆਲ ਆਫ ਸਡਨ ਨਹੀਂ ਗਈ। ਉਹ ਬੜੇ ਪੜਾਅ ਆਏ ਆ, ਉਹਨਾਂ ਪੜਾਵਾਂ ਦੇ ਵਿੱਚੋਂ ਗੁਜ਼ਰ ਕੇ ਉਹ ਪਹੁੰਚੀ ਇੱਥੇ ਤੱਕ। ਸੋ ਬੁਨਿਆਦੀ ਮਸਲਾ ਇੰਨਾ ਹੀ ਸੀਗਾ ਕਿ ਜਦੋਂ ਇਹਨਾਂ ਨੇ 47 ਤੋਂ ਬਾਅਦ ਸਾਰੀ ਪਾਵਰ ਆਈ ਆ ਵਿਪਰ ਸੰਸਕਾਰੀ ਧਿਰਾਂ ਦੇ ਕੋਲ, ਉਹਨਾਂ ਨੇ ਜਿਹੜੀ ਖਾਲਸੇ ਦੀ ਨਿਆਰੀ ਦਿੱਖ ਹੈਗੀ ਉਹਨੂੰ ਮਾਨਤਾ ਨਹੀਂ ਦਿੱਤੀ ਕਦੇ, ਜਿਸ ਦੇ ਵਿੱਚੋਂ ਇਹ ਲੜਾਈ ਸ਼ੁਰੂ ਹੋਈ। ਤੇ ਦੂਸਰਾ ਮਸਲਾ ਉਹਨੇ ਇਹ ਕੀਤਾ ਕਿ ਜਿਹੜੀ ਇਹ ਪੰਜਾਬ ਹੈ, ਜਿਹੜੀ ਖਾਲਸੇ ਦੀ ਕਰਮ ਭੂਮੀ ਰਹੀ ਆ, ਬੜੀ ਤਵਾਰੀਖੀ ਧਰਤੀ ਰਹੀ ਆ ਸਿੱਖਾਂ ਦੇ ਲਈ, ਸਿੱਖਾਂ ਦੇ ਕੇਂਦਰੀ ਸਥਾਨ ਇਸ ਧਰਤੀ ਦੇ ਉੱਤੇ ਆ। ਇਸ ਧਰਤੀ ਨਾਲ ਸੰਬੰਧਿਤ ਜਿਹੜੇ ਕੁਦਰਤੀ ਸਰੋਤ ਹੈ ਤੇ ਜਿਹੜੇ ਮਨੁੱਖੀ ਸਰੋਤ ਹੈ, ਉਹਨਾਂ ਦੇ ਜਿਹੜਾ ਸ਼ੋਸ਼ਣ ਹੈ ਉਹ ਇੰਟੈਂਸ਼ਨਲੀ ਤੇ ਲਗਾਤਾਰ 47 ਤੋਂ ਬਾਅਦ ਉਹਨਾਂ ਨੇ ਸ਼ੁਰੂ ਕੀਤਾ। ਇੱਥੋਂ ਦੇ ਕੁਦਰਤੀ ਸਰੋਤਾਂ ਦਾ ਵੀ ਸ਼ੋਸ਼ਣ, ਇੱਥੋਂ ਦੇ ਆਰਥਿਕ ਸਰੋਤਾਂ ਦਾ ਵੀ, ਇੱਥੋਂ ਦੇ ਮਨੁੱਖੀ ਸਰੋਤਾਂ ਦਾ ਵੀ, ਯਾਨੀ ਕਿ ਜਿਹੜਾ ਸ਼ੋਸ਼ਣ ਉਹ ਸ਼ੁਰੂ ਕੀਤਾ। ਤੋ ਗੁਰੂ ਮਹਾਰਾਜ ਨੇ ਖਾਲਸੇ ਨੂੰ ਇਹ ਬਿਰਧ ਦਿੱਤਾ ਹੈ ਕਿ ਖਾਲਸਾ ਸਰਬੱਤ ਦੇ ਭਲੇ ਦੇ ਲਈ ਲੜਾਈ ਕਰੇ। ਤੋ ਜੇ ਹੁਣ ਖਾਲਸੇ ਦੀ ਆਪ ਦੀ ਧਰਤੀ ਦੇ ਜਿਹੜੇ ਕੁਦਰਤੀ ਸਰੋਤ ਹੈ ਉਹਨਾਂ ਦਾ ਸ਼ੋਸ਼ਣ ਹੁੰਦਾ ਹੋਏ ਤੇ ਉਹਨਾਂ ਦੀ ਜਿਹੜੀ ਨਿਆਰੀ ਪਛਾਣ ਹੈ ਉਹਨੂੰ ਡਿਲਿਊਟ ਕਰਨ ਦੇ ਲਈ, ਉਹਨੂੰ ਖਤਮ ਕਰਨ ਦੇ ਲਈ ਲਗਾਤਾਰ ਵੱਖ-ਵੱਖ ਤਰੀਕੇ ਦੇ ਜਿਹੜੇ ਮਾਡਰਨ ਸਾਧਨ ਹੈਗੇ ਆ, ਜਿਹੜੇ ਕੋਲਡ ਵਾਰ ਦੇ ਵਿੱਚ ਵੱਡੀਆਂ ਸਟੇਟਾਂ ਯੂਜ਼ ਕਰਦੀਆਂ, ਉਹ ਵਰਤੇ ਜਾਣ ਤੋਂ ਮਤਲਬ ਜਿਹੜੀ ਉਹ ਫਾਈਟ ਸੀਗੀ ਉਹ ਤਾਂ ਨਿਸ਼ਚਿਤ ਸੀਗੀ, ਉਹ ਅਟਲ ਸੀਗੀ, ਉਹ ਹੋਣੀ ਸੀ। ਤੇ ਅਕਾਲੀ ਦਲ ਨੇ ਸਿੱਖਾਂ ਦੀ ਨੁਮਾਇੰਦਾ ਧਿਰ ਹੋਣ ਦੇ ਨਾਤੇ ਪਹਿਲਾਂ ਕਈ ਸਟੈਪ ਲਏ। ਮਸਲਨ ਜਿੱਦਾਂ ਉਹਨਾਂ ਨੇ ਜਿਹੜੀ ਪੰਜਾਬੀ ਬੋਲੀ ਦਾ ਆਧਾਰਤ ਸੂਬੇ ਦਾ ਮਸਲਾ ਸੀਗਾ, ਉਹ ਇੱਕ ਕਿਸਮ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਦੇ ਰਾਹੀਂ ਉਹਨਾਂ ਦੀ ਇੱਛਾ ਸੀਗੀ ਕਿ ਇਹ ਸਾਡੀ ਜਿਹੜੀ ਸੱਭਿਆਚਾਰਕ ਪਛਾਣ ਹੈ, ਖਾਸ ਕਰ ਜਿਹੜੀ ਪੰਜਾਬੀ ਦਾ ਸੰਬੰਧ ਹੈ ਸਿੱਖਾਂ ਲਈ, ਉਹ ਕਿਉਂਕਿ ਇਹ ਗੁਰਮੁਖੀ ਦਾ ਗੁਰੂ ਦੇ ਮਹਾਰਾਜ ਜੀ ਦਿੱਤੀ ਹੋਈ ਭਾਸ਼ਾ ਕਰਕੇ ਵੱਧ ਇਮੋਸ਼ਨਲ ਸੀਗਾ ਨਾ। ਉਹਦੇ ਤੋਂ ਜਦੋਂ ਇੰਡੀਆ ਮੁਨੱਕਰ ਹੋਇਆ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਦੇਖਿਆ ਕਿ ਇੰਨੀਆਂ ਜ਼ਿਆਦਾ ਗ੍ਰਿਫਤਾਰੀਆਂ ਤੋਂ ਬਾਵਜੂਦ ਵੀ ਉਹ ਸਾਡੀ ਇਹ ਗੱਲ ਜਿਹੜੀ ਸਾਡੀ ਪਛਾਣ ਨਾਲ ਸੰਬੰਧਿਤ ਹੈ ਉਹ ਨਹੀਂ ਮੰਨ ਰਹੇ, ਤਾਂ ਉਦੋਂ ਫਿਰ ਇਹਨਾਂ ਨੇ ਵੱਧ ਅਧਿਕਾਰਾਂ ਦਾ ਜਿਹੜਾ ਉਹ ਨਾਅਰਾ ਲਾਇਆ। ਉਹ ਇੱਕਦਮ ਨਹੀਂ ਲਾਇਆ। ਦੇਖੋ ਤੋ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਵੱਧ ਅਧਿਕਾਰਾਂ ਦੇ ਲਈ ਗੱਲ ਹੋਈ ਹੈ, ਉਹ ਇਕੱਲੀ ਜਿਹੜੇ ਸਿਆਸੀ ਤੌਰ ਦੇ ਉੱਤੇ ਫੈਡਰਲਿਜ਼ਮ ਦੀ ਗੱਲ ਨਾ ਹੈ। ਉਹਦੇ ਵਿੱਚ ਬੁਨਿਆਦੀ ਨੁਕਤਾ ਇਹ ਸੀਗਾ ਕਿ ਜਿਹੜੀ ਸਿੱਖਾਂ ਦੀ ਨਿਆਰੀ ਪਛਾਣ ਹੈ, ਜਿਹੜੀ ਇਤਿਹਾਸ ਦੇ ਵਿੱਚ ਔਰ ਰਾਜਨੀਤੀ ਦੇ ਵਿੱਚ ਜਿਹਨੂੰ ਮਾਨਤਾ ਪ੍ਰਾਪਤ ਹੈ ਪਿਛਲੇ 200-300 ਸਾਲ ਦੇ ਇਤਿਹਾਸ ਦੇ ਵਿੱਚ, ਤਵਾਰੀਖ ਦੇ ਵਿੱਚ, ਤੇ ਉਹ ਨਿਆਰੀ ਪਛਾਣ ਨੂੰ ਮਾਨਤਾ ਦਿੱਤੀ ਜਾਏ ਤੇ ਇਸ ਖਿੱਤੇ ਨੂੰ ਵੱਧ ਰਾਜਸੀ ਅਧਿਕਾਰ ਦਿੱਤੇ ਜਾਣ। ਤੋ ਯਾਨੀ ਫਿਰ ਉਹ ਇੱਥੇ ਪਹੁੰਚੇ। ਤੋ ਜਦੋਂ ਇਹ ਗੱਲਾਂ ਵੀ ਨਹੀਂ ਮੰਨੀਆਂ ਗਈਆਂ ਤਾਂ ਉਦੋਂ ਬਾਅਦ ਜਿਹੜੀ ਹੈਗੀ ਉਹ ਜਿਹੜੀ ਸਟਰਗਲ ਹੈਗੀ ਹੈ, ਜਿਹੜੀ ਧਰਮ ਯੁੱਧ ਮੋਰਚੇ ਦੇ ਰੂਪ ਦੇ ਵਿੱਚ ਲਗਾਤਾਰ ਗ੍ਰਿਫਤਾਰੀਆਂ ਦੇ ਰੂਪ ਦੇ ਵਿੱਚ ਉਹ ਪਹੁੰਚੀ ਆ। ਤੇ ਉਸ ਐਡੀ ਮਤਲਬ ਵੱਡੀ ਸਟਰਗਲ ਨੂੰ, ਜਿਹਨੂੰ ਇੰਨਾ ਜ਼ਿਆਦਾ ਲੋਕ ਸਮਰਥਨ ਸੀਗਾ, ਉਸ ਨੂੰ ਵੀ ਉਹਨਾਂ ਨੇ ਕਿਸੇ ਨਿਆਂ ਵਿਚਾਰ ਦੇ ਨਾਲ ਦਿੱਲੀ ਤਖਤ ਨੇ ਜਿਹੜਾ ਉਹ ਲਿਆ ਨਹੀਂ, ਸਗੋਂ ਉਹਦੇ ਉੱਤੇ ਉਲਟਾ ਪਲਟਵਾਰ ਕਰ ਦਿੱਤਾ ਉਹਦੇ ਉੱਤੇ। ਯਾਨੀ ਕਿ ਇਹ ਜਿਹੜੀ ਸਟਰਗਲ ਹੈ ਇਹ ਪੜਾਅ ਦਰ ਪੜਾਅ ਇੱਥੇ ਪਹੁੰਚੀ ਹੈ। ਮਤਲਬ 84 ਜਿਹੜੀ ਹੈਗੀ ਉਹ ਇੱਕਦਮ ਨਹੀਂ ਵਾਪਰੀ, ਉਹ ਲਗਾਤਾਰ ਪਿਛਲੇ ਮਤਲਬ 55-56 ਤੁਸੀਂ ਕਹਿ ਲਓ, ਜੇ ਇਸ ਸਰਕਾਰ ਦੇ ਸੰਬੰਧ ਵਿੱਚ ਗੱਲ ਕਰਨੀ ਹੋਵੇ ਦਿੱਲੀ ਤਖਤ ਦੇ ਸੰਬੰਧ ਦੇ ਵਿੱਚ,
ਉਹ 55 ਤੋਂ ਲਗਾਤਾਰ ਜਿਹੜੇ ਸਿੱਖ ਸੀਗੇ ਉਹ ਆਪਣੀ ਨਿਆਰੀ ਪਛਾਣ ਤੇ ਇਸ ਖਿੱਤੇ ਦੇ ਜਿਹੜੇ ਕੁਦਰਤੀ ਸਰੋਤ ਹੈ ਉਹਨਾਂ ਦੀ ਰਾਖੀ ਦੇ ਲਈ ਪੜਾਅ ਦਰ ਪੜਾਅ, ਜਦੋਂ ਇੱਕ ਚੀਜ਼ ਫੇਲ ਹੋਈ ਉਹ ਦੂਜੇ ਸਟੈਂਡ ਤੇ ਗਏ, ਦੂਜਾ ਫੇਲ ਹੋਇਆ ਉਹ ਤੀਜੇ ਤੇ ਗਏ। ਉਹ ਲਗਾਤਾਰ ਆਪਣੇ ਇੰਟਰਸਟ ਦੀ ਰਾਖੀ ਲਈ ਲੜਦੇ ਲੜਦੇ ਇੱਥੇ ਪਹੁੰਚੇ ਜਦੋਂ ਇਹਨਾਂ ਨੇ 84 ਵਾਲਾ ਹਮਲਾ ਕੀਤਾ। ਅੱਛਾ ਭਾਈ ਸਾਹਿਬ, ਇੱਕ ਗੱਲ ਮੈਨੂੰ ਇਹਨੂੰ ਕਲੀਅਰ ਕਰਿਓ। ਇੱਕ ਬਹੁਤ ਵੱਡੀ ਗੱਲ ਕਹੀ ਜਾਂਦੀ ਹੈ ਵੀ ਸੰਵਿਧਾਨਕ ਧਾਰਾ, ਸੰਵਿਧਾਨਕ ਹੱਕ ਤੇ ਇਹਨੇ ਇਸ ਇਕੱਠ 'ਚ ਰਹਿ ਕੇ ਗੱਲ ਕੀਤੀ ਜਾਵੇ। ਜਿਵੇਂ ਅਕਾਲੀਆਂ ਦੇ ਪੈਂਤੜੇ ਬਾਹਲੇ ਲੋਕਾਂ ਨੂੰ ਦੁਖੀ ਨਹੀਂ ਸੀ ਕਰਦੇ, ਪਰ ਜਦ ਸੰਤ ਜਰਨੈਲ ਸਿੰਘ ਜੀ ਆਉਣੀ ਜਾਂ ਉਸ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਜੀ ਗੁਰੂ ਡੰਮ ਦੇ ਵਿੱਚ ਦੇ ਖਿਲਾਫ ਖੜੇ, ਉਹ ਚੀਜ਼ ਤੇ ਆ ਕੇ ਸਿੱਖਾਂ ਦਾ ਵੀ ਇੱਕ ਵਰਗ ਹੈ ਜਿਹੜਾ ਉਹ ਇੱਕ ਪਾਸੇ ਨੂੰ ਹੋਣ ਲੱਗ ਜਾਂਦਾ। ਇਹ ਆਮ ਧਾਰਾ ਪਰ ਹੈ ਨਹੀਂ ਸੀ ਉਸ ਸਮੇਂ। ਜੇ ਸਿੱਖ ਨੌਜਵਾਨੀ ਜਿੰਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਨਾਲ ਜੁੜੀ ਹੈ ਉਹ ਕਿਸੇ ਨਾਲ ਨਹੀਂ ਜੁੜੀ। ਕਪੂਰੀ ਵਾਲਾ ਮੇਰਜਾ ਤਾਂ ਖੂਹ ਖਾਤੇ ਪੈ ਗਿਆ ਸੀ। ਜੇ ਦੁਆਰਾ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ ਸੰਤ ਨਾ ਗੱਲ ਤੋੜਦੇ, ਇਹਨਾਂ ਦੀ ਗੱਲ ਨਿਬੜ ਗਈ ਸੀ। ਅੱਛਾ, ਇੱਕ ਹੋਰ ਵੀ ਇੱਕ ਤਾਂ ਹੈ ਮਤਲਬ ਸਰਕਾਰ ਕੰਮ ਕਰਦੀ ਹੈ, ਸਰਕਾਰ ਜ਼ੁਲਮ ਕਰਦੀ ਹੈ, ਪਰ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖਾਂ ਤੋਂ ਬਿਨਾਂ ਜਿਹੜੀ ਹੋਰ ਵੱਡੀ ਗਿਣਤੀ ਹੈ, ਹਿੰਦੂ ਨੇ, ਮੁਸਲਮਾਨ ਨੇ, ਕੀ ਸਿੱਖ ਮੰਗਾਂ ਦੇ ਵਿਰੋਧ 'ਚ ਉਹ ਖੜਦੇ ਰਹੇ ਜਾਂ ਉਹ ਆਮ ਪਬਲਿਕ ਵਾਂਗੂ ਚੁੱਪ ਹੋ ਕੇ ਮਤਲਬ ਇਹ ਜਰਦੇ ਰਹੇ, ਜਾਂ ਸਿੱਖਾਂ ਦੇ ਵਿਰੁੱਧ ਉਹਨਾਂ ਦਾ ਜਿਹੜਾ ਪੈਂਤੜਾ ਸੀ ਇਹ ਸਾਰੀ ਸਟਰਗਲ 'ਚ? ਦੇਖੋ, ਮੈਂ ਜਿੱਦਾਂ ਪਹਿਲਾਂ ਕਹਿਣਾ ਵੀ ਇਹ ਲੜਾਈ ਸੀਗੀ ਦੋ ਬਿਰਤੀਆਂ ਦੀ ਸੀਗੀ। ਇੱਕ ਪਾਸੇ ਗੁਰਮੁਖ ਤਾਈ ਵਾਲੇ ਮਨੁੱਖ ਸੀਗੇ, ਇੱਕ ਪਾਸੇ ਮਨਮੁਖ ਤਾਈ ਵਾਲੇ ਮਨੁੱਖ ਸੀਗੇ। ਤੋ ਇਸ ਲੜਾਈ ਦੇ ਵਿੱਚ ਜੇ ਤੁਸੀਂ ਬਹੁਤ ਜ਼ਿਆਦਾ ਫਾਈਨ ਕਰੋਗੇ ਤੇ ਉਹਦੇ ਵਿੱਚ ਸਿੱਖਾਂ ਦੇ ਵਿੱਚ ਵੀ ਇੱਕ ਸੈਕਸ਼ਨ ਉਹ ਰਹਿ ਜਾਂਦਾ ਹੈ ਜਿਹੜਾ ਬਿਲਕੁਲ ਇੱਕ ਗੁਰਮੁਖ ਰਹਿਤ ਤੇ ਚੱਲਣ ਵਾਲਾ ਹੁੰਦਾ, ਜਿਹੜਾ ਸੱਚ ਤੇ ਖੜਨ ਵਾਲਾ ਹੁੰਦਾ। ਕਿਉਂਕਿ ਸੁਸਾਇਟੀ ਦਾ ਜਿਹੜਾ ਵੱਡਾ ਹਿੱਸਾ ਹੁੰਦਾ ਹੈ ਉਹ ਜ਼ਿਆਦਾ ਕਰਕੇ ਜਿਹੜੀਆਂ ਦੇਹ ਦੀਆਂ ਪਦਾਰਥਕ ਲੋੜਾਂ ਨੇ ਜਾਂ ਤੁਹਾਡੇ ਮਨ ਦੀਆਂ ਖਾਹਿਸ਼ਾਂ ਪੂਰੀ ਕਰਨ ਦੀ ਜਿਹੜੀ ਜ਼ਿੰਦਗੀ ਹੈ, ਜਿਹੜੀ ਮਤਲਬ ਵਿਕਾਰਾਂ ਤੇ ਆਧਾਰਿਤ ਹੈ, ਉਸ ਪੱਧਰ ਤੇ ਜੀ ਰਿਹਾ ਹੁੰਦਾ। ਤੇ ਜਿਸ ਤਰ੍ਹਾਂ ਇਹ ਸਟਰਗਲ ਟਾਈਟ ਹੁੰਦੀ ਜਾਂਦੀ ਆ, ਉਸੇ ਤਰ੍ਹਾਂ ਜਿਹੜੇ ਮਨਮੁਖ ਵਿਅਕਤੀਆਂ ਵਾਲੇ ਲੋਕ ਹੈ ਉਹਨਾਂ ਦਾ ਜਿਹੜਾ ਪਾਜ ਹੈ ਉਹ ਉਗੜਦਾ ਜਾਂਦਾ। ਹੁਣ ਜੇ ਤੁਸੀਂ ਇਸ ਸਟਰਗਲ ਦੇ ਵਿੱਚ ਦੇਖਣਾ ਹੋਏ ਕਿ ਕੌਣ ਕਿੱਧਰ ਖੜਿਆ, ਉਹਦੇ ਵਿੱਚ ਤੁਸੀਂ ਇਹ ਵੀ ਦੇਖੋਗੇ ਕਿ ਪੰਜਾਬੀਆਂ ਦੇ ਵਿੱਚ ਵੱਡਾ ਹਿੱਸਾ ਜਿਹੜਾ ਹੈਗਾ ਉਹ ਸਮਾਜਿਕ ਤੌਰ ਦੇ ਉੱਤੇ ਵੀ ਦੇਖਣਾ ਬਣਦਾ ਤੇ ਜਿਹੜਾ ਧਾਰਮਿਕ ਤੌਰ ਤੇ ਵੀ ਦੇਖਣਾ ਬਣਦਾ ਕਿ ਕੌਣ ਕਿੱਧਰ ਸੀਗਾ। ਇੱਕ ਤਾਂ ਗੱਲ ਸਾਨੂੰ ਇਹ ਸਪਸ਼ਟ ਹੈਗੀ ਆ ਕਿ ਜਿਹੜੇ ਨਾਨ ਸਿੱਖ ਸੀਗੇ ਉਹਨਾਂ ਨੇ ਇਸ ਜਿਹੜੀ ਮੰਗ ਹੈ ਪੰਜਾਬ ਦੀਆਂ, ਜਿਹੜੀਆਂ ਸਾਰੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਸਿੱਖਾਂ ਦੀਆਂ ਮੰਗਾਂ ਦੇ ਤੌਰ ਤੇ ਸਵੀਕਾਰ ਕੀਤਾ। ਤੇ ਜਿਹੜੀ ਹਿੰਦੂ ਬਹੁ ਗਿਣਤੀ ਸੀਗੀ ਅਪਰ ਕਾਸਟ ਖਾਸ ਕਰ, ਉਹਦਾ ਬਹੁਤਾ ਹਿੱਸਾ ਪੰਜਾਬ ਨਾਲ ਖੜਨ ਦੀ ਬਜਾਏ ਦਿੱਲੀ ਤਖਤ ਨਾਲ ਖੜ ਗਿਆ। ਅੱਛਾ, ਦੂਸਰੇ ਪਾਸੇ ਤੁਸੀਂ ਇੱਕ ਹੋਰ ਦਿਲਚਸਪ ਗੱਲਾਂ ਦੇਖੋ ਕਿ ਸਮਾਜਿਕ ਤੌਰ ਦੇ ਉੱਤੇ ਜੇ ਦੇਖਣਾ ਹੋਵੇ ਕਿ ਪੰਜਾਬ ਦੇ ਵਿੱਚ ਜਿਹੜਾ ਸ਼ਡਿਊਲ ਕਾਸਟ ਵਰਗ ਹੈਗਾ, ਜਿਹੜਾ ਬੜੀ ਸਦੀਆਂ ਤੋਂ ਹੀ ਵਿਪਰਵਾਦ ਦੀ ਇਸ ਜਿਹੜੀ ਵਿਚਾਰਧਾਰਾ ਉਹ ਤੋਂ ਪੀੜਤ ਰਿਹਾ, ਉਹ ਵੀ ਪੰਜਾਬ ਕਹਿ ਲਓ ਜਾਂ ਇਹ ਸਿੱਖਾਂ ਦੀਆਂ ਜਿਹੜੀਆਂ ਸਟਰਗਲ ਸੀ ਉਹਦੇ ਵਿੱਚ ਸਿੱਖਾਂ ਵਾਲੇ ਪਾਸੇ ਨਹੀਂ ਰਿਹਾ ਹੈ, ਚੁੱਪ ਰਿਹਾ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਵੀ ਸੈਂਟਰ ਵੱਲ ਨੂੰ ਟਿਲਟ ਰਹੀ। ਤੇ ਇੱਕ ਤੀਸਰਾ ਤੁਸੀਂ ਸਿੱਖਾਂ ਦੇ ਵਿੱਚ ਵੀ ਦੇਖੋ ਕਿ ਸਿੱਖਾਂ ਦੇ ਵਿੱਚ ਜਿਹੜੇ ਲੋਕ ਆਪਣੇ ਨੂੰ ਸਿੱਖ ਕਹਾਉਂਦੇ ਸੀਗੇ ਉਹ ਸੱਭਿਆਚਾਰਕ ਪੱਧਰ ਤੇ ਸਮਾਜਿਕ ਪੱਧਰ ਤੇ ਆਪਣੀਆਂ ਰਸਮਾਂ ਸਿੱਖੀ ਅਨੁਸਾਰ ਕਰਦੇ ਸੀਗੇ, ਪਰ ਜਿਹੜੇ ਉਹਨਾਂ 'ਚ ਵੀ ਮਨਮੁਖਤਾਈ ਬਿਰਤੀ ਵਾਲੇ ਸੀਗੇ, ਇੱਕ ਬਹੁਤ ਵੱਡਾ ਹਿੱਸਾ ਕਾਂਗਰਸ ਦੇ ਵਿੱਚ ਸੀਗਾ, ਜਿਹੜੀ ਦਰਬਾਰਾ ਸਿੰਘ ਹੋਣੀ ਹੋ ਗਏ, ਜੈਲ ਸਿੰਘ ਹੋ ਗਿਆ। ਅਕਾਲੀ ਦਲ ਦੇ ਵਿੱਚ ਬਾਦਲ ਫੈਮਿਲੀ ਤੋਂ ਲੈ ਕੇ ਬਰਨਾਲਾ ਤੱਕ ਉਹਨਾਂ ਸਾਰਿਆਂ ਦੀਆਂ ਵੀ ਜਿਹੜੀਆਂ ਹੋਰ ਵੀ ਬਹੁਤ ਵੱਡਾ ਹਿੱਸਾ ਇੰਟਲੈਕਚੁਅਲਸ ਦਾ, ਆਫਿਸਰ ਦਾ, ਸਿੱਖ ਪੋਲੀਟੀਸ਼ੀਅਨ ਦਾ, ਈਵਨ ਸਿੱਖਾਂ ਦੇ ਜਿਹੜੇ ਧਾਰਮਿਕ ਆਗੂ ਉਹਨਾਂ 'ਚੋਂ ਵੀ ਇਹ ਰਿਹਾ ਜਿਹੜਾ ਦਿੱਲੀ ਤਖਤ ਵੱਲ ਰਿਹਾ, ਜਿਹੜੀ ਮਨਮੁਖਤਾਈ ਦੀ ਨੁਮਾਇੰਦਾ ਧਿਰ ਹੈਗੀ ਉਹ ਵੀ ਉੱਧਰ ਹੋ ਗਿਆ ਸੀਗਾ। ਤੋ ਇਹ ਪਹਿਲਾਂ ਤੋਂ ਹੀ ਆਇਆ ਹੈ ਕਿ ਜਦੋਂ ਸਟਰਗਲ ਟਾਈਟ ਹੋ ਜਾਂਦੀ ਆ ਤੇ ਉਸ ਵਕਤ ਜਿਹੜਾ ਅਸਲ ਦੇ ਵਿੱਚ ਜਿਸ ਧਿਰ ਦਾ ਬੰਦਾ ਹੁੰਦਾ ਉਹ ਉੱਥੇ ਚਲਿਆ ਜਾਂਦਾ।
ਜਿੱਦਾਂ ਜਿੱਦਾਂ ਮਤਲਬ ਤੁਸੀਂ 4 ਜੂਨ 84 ਤੇ ਪਹੁੰਚਦੇ ਆ, ਜਦੋਂ 55 ਤੋਂ ਸ਼ੁਰੂ ਕਰਕੇ ਜਦੋਂ ਆਪਾਂ 4 ਜੂਨ 84 ਤੇ ਪਹੁੰਚੇ ਹਾਂ ਤਾਂ ਉਸ ਵਕਤ ਤੁਸੀਂ ਦੇਖੋ ਕਿ ਕਿੰਨਾ ਕੁ ਹਿੱਸਾ ਹੀ ਸਿਰਫ ਅਸਲ ਜਿਹੜਾ ਰਹਿ ਗਿਆ ਸੀਗਾ ਲੜਨ ਨੂੰ, ਬਾਕੀ ਸਾਰਾ ਜਾਂ ਖਾਮੋਸ਼ ਹੋ ਗਿਆ ਜਾਂ ਫਿਰ ਉੱਧਰ ਚਲਾ ਗਿਆ। ਇਹ ਵੀ ਬੜਾ ਇੱਕ ਐਨਾਲਿਸਿਸ ਦਾ ਮਸਲਾ ਜਿਹੜਾ ਅਜੇ ਆਪਣੇ ਉਸ ਤਰ੍ਹਾਂ ਲੋਕਾਂ ਦੇ ਵਿੱਚ ਸਾਹਮਣੇ ਨਹੀਂ ਹੈ। ਬਟ ਉਹ ਜਿੰਨਾ ਵੀ ਮਨਮੁਖਤਾਈ ਵਾਲਾ ਧਿਰਾ ਸੀਗਾ ਉਹ ਸਭ ਦਿੱਲੀ ਤੱਕ ਖੜ ਗਿਆ, ਜਿਨ੍ਹਾਂ ਦੇ ਇੰਟਰਸਟ ਸੀਗੇ, ਚਾਹੇ ਪੋਲੀਟੀਕਲ ਸੀਗੇ, ਚਾਹੇ ਇਕਨੋਮਿਕ ਸੀਗੇ, ਚਾਹੇ ਉਹ ਡਰ ਗਏ ਸੀ। ਬਿਲਕੁਲ ਜੀ। ਇੱਕ ਆਪਾਂ ਨੂੰ 10-10 ਮਿੰਟ ਬਾਅਦ ਬ੍ਰੇਕ ਲੈਣੀ ਪੈਣੀ ਹੈ ਭਾਈ ਸਾਹਿਬ, ਇੱਕ ਬ੍ਰੇਕ ਲੈ ਲਈਏ ਜੀ, ਵਾਪਸ ਆ ਕੇ ਇੱਥੋਂ ਹੀ ਗੱਲ ਹੋ ਗਿਆ। ਧੰਨਵਾਦ, ਹੋਲਡ ਕਰਿਓ। ਭਾਈ ਸਾਹਿਬ ਮਨਤੀਰ ਸਿੰਘ ਹੋਣੀ ਮੇਰੇ ਨਾਲ ਨੇ, ਗੱਲਬਾਤ ਅਸੀਂ ਕਰ ਰਹੇ ਹਾਂ 84 ਤੱਕ ਤੇ 84 ਤੋਂ ਬਾਅਦ ਦੇ ਸਮੇਂ ਦੀ ਜਿਹੜੀ ਤਬਦੀਲੀ ਹੈ, ਜਿਹੜੀ ਸ਼ੌਕ ਡਾਕਟਰੀਨ ਹੈ, ਉਹਦੇ ਵਿੱਚ ਫਿਰ ਵਾਰਤਾਂ ਕਿਵੇਂ ਲਿਖੀਆਂ ਜਾਂਦੀਆਂ ਉਹ ਅਸੀਂ ਵੇਖਿਆ। ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਚੰਗੇ ਭਲੇ ਸਕੂਲਾਂ 'ਚ ਜਾਂਦੇ ਤੱਪੜਾਂ ਤੇ ਬੈਠੇ, ਪਿੰਡਾਂ ਦੇ ਆਲੇ ਦੁਆਲੇ ਜੀਸਸ ਕ੍ਰਾਈਸਟ ਦੀਆਂ ਮੂਰਤੀਆਂ ਵਾਲੇ ਸਕੂਲ ਜਾਂ ਲਾਲ ਰੰਗੇ ਬਣ ਗਏ, ਜਵਾਕ ਚੰਗੇ ਭਲੇ ਤੁਰਦੇ ਕੁੜਤੇ ਪਜਾਮੇ ਪਾਉਂਦੇ, ਸਕਰਟਾਂ ਦੇ ਵਿੱਚ ਤੇ ਪੈਂਟਾਂ 'ਚ ਟਾਈਆਂ ਲਾ ਕੇ ਹਿੰਦੀ ਬੋਲਣ ਲੱਗ ਗਏ। ਤੇ ਉਸ ਦਾ ਤੇ ਹੋਰ ਚੀਜ਼ਾਂ ਉਸ ਦੀਆਂ ਬਾਅਦ ਦੀਆਂ। ਭਾਈ ਸਾਹਿਬ ਇਹ ਦੱਸਿਓ ਜੀ, ਪੰਜਾਬੀ ਸੂਬਾ ਬਣ ਜਾਂਦਾ ਹੈ, ਪੰਜਾਬੀ ਸੂਬੇ ਬਣਨ ਤੋਂ ਬਾਅਦ ਜਿਹੜਾ ਗੁਰੂਡਮ ਦਾ ਵਾਧਾ ਹੁੰਦਾ, ਕੀ ਸਾਡੇ ਗ੍ਰੀਨ ਰੈਵੋਲੂਸ਼ਨ ਤੋਂ ਉਮੀਦੀ ਦਾ ਕਾਰਨ ਗੁਰੂਡਮ ਸੀ, ਜਾਂ ਗੁਰੂਡਮ ਨੂੰ ਪਹਿਲਾਂ ਹੀ ਪੈਨੀਟਰੇਟ ਕਰਕੇ ਸਾਨੂੰ ਦਿਖਾਇਆ ਹੋਇਆ ਸੀ, ਪਰ ਨਿਰੰਕਾਰੀ ਇੱਕ ਅਲੱਗ ਰੂਪ 'ਚ ਸਾਡੇ ਸਨਮੁਖ ਹੁੰਦੇ ਨੇ, ਤੇ ਨਿਰੰਕਾਰੀਆਂ ਨੂੰ ਜਿਹੜਾ ਇੰਨਾ ਨਰਕਧਾਰੀਆਂ ਨੂੰ ਜਿਹੜਾ ਜ਼ੋਰ ਦਿੱਤਾ ਜਾਂਦਾ ਹੈ, ਕੀ ਉਹ ਇਹ ਕੜੀ ਦਰ ਕੜੀ ਚੀਜ਼ਾਂ ਸੀ ਵੀ ਹੁਣ ਚਲੋ ਇੱਕ ਪਾਸਿਓਂ ਟਿਕਾ ਦਿੱਤਾ ਹੈ, ਇੱਕ ਪਾਸੇ ਜ਼ਖਮ ਤੇ ਪੱਟੀ ਬੰਨ੍ਹਤੀ, ਹੁਣ ਦੂਜੇ ਬੰਨੇ ਮਾੜਾ ਜਿਹਾ ਖਰੀਦ ਦਿਓ, ਤੇ ਉਹਦੇ ਤਹਿਤ ਇਹਨਾਂ ਨੂੰ ਨਰਕਧਾਰੀਆਂ ਨੂੰ ਪੰਜਾਬ ਦੇ ਵਿੱਚ ਪੈਰ ਪਾਉਣ ਦਿੱਤਾ ਗਿਆ, ਕਿਉਂਕਿ ਉੱਥੋਂ ਹੀ ਸੰਤ ਕਰਤਾਰ ਸਿੰਘ ਨੇ ਜਿਹੜਾ ਉਹ ਸਮਾਂ ਜਿਹੜਾ ਸ਼ੁਰੂ ਹੁੰਦਾ 78 ਤੋਂ 84, ਹੁਣ ਆਪਾਂ ਇਸ ਨੂੰ ਅੱਗੇ ਲੈ ਕੇ ਚੱਲੀਏ ਜੀ। ਇਹ ਜਿਹੜਾ ਟਕਰਾਅ ਸ਼ੁਰੂ ਹੋਇਆ ਉਹ ਕਿਸ ਤਰ੍ਹਾਂ ਸ਼ੁਰੂ ਹੋਇਆ ਜੀ, ਫਿਰ ਕ੍ਰੀਏਟ ਕਿਵੇਂ ਕੀਤਾ? ਨਹੀਂ ਦੇਖੋ, ਸਟੇਟ ਇੰਡੀਅਨ ਸਟੇਟ ਨੂੰ ਇਹ ਗੱਲ ਦੀ ਸਮਝ ਹੈਗੀ ਹੈ ਕਿ ਇੱਥੇ ਇਸ ਪੂਰੇ ਖਿੱਤੇ ਦੇ ਵਿੱਚ ਜਾਂ ਤਾਂ ਗੁਰਮਤ ਦੇ ਆਧਾਰਿਤ ਜਿਹੜੇ ਸਿੱਖ ਧਰਮ ਹੈ ਉਹ ਰਹਿਣਾ ਹੈ, ਜਾਂ ਫਿਰ ਇਹ ਜਿਹੜਾ ਅਖੌਤੀ ਜਾਤ ਪਾਤ ਵਾਲਾ ਧਰਮ ਹੈ ਜਿਹੜਾ ਮਨੂ ਸਮ੍ਰਿਤੀ ਦੇ ਆਧਾਰਿਤ ਉਹ ਰਹਿਣਾ ਹੈ। ਇਹ ਦੋਨੋਂ ਇਕੱਠੇ ਨਹੀਂ ਰਹਿ ਸਕਦੇ, ਕਿਉਂਕਿ ਇਹ ਦੋਨੋਂ ਇੱਕ ਦੂਜੇ ਦੇ ਉਲਟ ਹੈ। ਤਾਂ ਇਸ ਕਰਕੇ ਸਟੇਟ ਦੀ ਸਦਾ ਇਹ ਕੋਸ਼ਿਸ਼ ਰਹਿੰਦੀ ਹੈ ਇੰਡੀਅਨ ਸਟੇਟ ਦੀ ਕਿ ਅਗਰ ਪੰਜਾਬ ਦੇ ਵਿੱਚ ਸਿੱਖ ਫਾਈਨੈਂਸ਼ਲੀ ਪੋਲੀਟੀਕਲੀ ਸਟੇਬਲ ਹੋ ਜਾਂਦੇ ਆ ਤਾਂ ਉਹਨਾਂ ਦੇ ਕੋਲ ਫਿਰ ਕਿਆ ਹੈ ਕੰਮ ਕਰਨ ਨੂੰ, ਤਾਂ ਉਹਨਾਂ ਕੋਲ ਇੱਕੋ ਹੀ ਕੰਮ ਬਕਾਇਆ ਰਹਿ ਜਾਂਦਾ ਹੈ ਕਿ ਉਹ ਇੰਡੀਆ ਦੇ ਵਿੱਚ ਜਿੰਨਾ ਬਾਕੀ ਦਾ ਹਿੰਦੂ ਅਪਰ ਕਾਸਟ 7% ਹੈ ਇੰਡੀਆ ਦੇ ਵਿੱਚ, ਉਹ ਤੋਂ ਬਿਨਾਂ ਬਾਕੀ ਜਿੰਨਾ 93% ਹੈ ਉਹਦੇ ਵਿੱਚ ਜਾ ਕੇ ਕੰਮ ਕਰੇ। ਜਿਸ ਤਰੀਕੇ ਦੇ ਨਾਲ ਇਹ ਵਿਪਰ ਦੀਆਂ ਜਿਹੜੀਆਂ ਉੱਪਰ ਵਾਲੀਆਂ ਧਿਰਾਂ ਨੇ ਉਹ ਬਾਕੀਆਂ ਨੂੰ ਸ਼ੋਸ਼ਿਤ ਕਰ ਰਹੀਆਂ ਨੇ, ਉਹਨਾਂ ਦੀ ਧਿਰ ਬਣ ਕੇ ਉਹਨਾਂ ਦੀ ਐਡਵੋਕੇਸੀ ਕਰੇ ਜਾਂ ਉਹਨਾਂ ਦੀ ਲੜਾਈ ਸਟਰਗਲ ਦਾ ਹਿੱਸਾ ਬਣੇ, ਉਹਨਾਂ ਨੂੰ ਜਾਗਰਿਤ ਕਰੇ। ਜੋ ਰੋਲ ਕਿਸੇ ਵਕਤ ਸਿੱਖਾਂ ਨੇ 18ਵੀਂ ਸਦੀ ਪੰਜਾਬ 'ਚ ਨਿਭਾਇਆ, ਪੰਜਾਬ ਦੇ ਵਿੱਚ ਸਿੱਖਾਂ ਦੇ ਰੋਲ ਨਿਭਾਉਣ ਕਰਕੇ ਇੱਥੋਂ ਉਹਨਾਂ ਦਾ ਸਾਰਾ ਸਿਸਟਮ ਟੁੱਟ ਗਿਆ ਬਿਲਕੁਲ। ਤਾਂ ਉਹ ਰੋਲ ਉਹਨਾਂ ਨੂੰ ਸਮਝ ਆਉਂਦੀ ਹੈ ਕਿ ਜੇ ਸਿੱਖ ਸਟੇਬਲ ਹੋ ਜਾਣਗੇ ਪੰਜਾਬ 'ਚ, ਸਿੱਖ ਇਸ ਰੋਲ ਨੂੰ ਸਾਰੇ ਗਰੀਬਾਂ ਨਿਤਾਣਿਆਂ ਦੀ ਧਿਰ ਬਣਨ ਦੀ ਸਮਰੱਥਾ ਆਈਡੀਏ ਕਰਕੇ ਤੇ ਇੰਨੀ ਪਾਵਰਫੁਲ ਹਿਸਟਰੀ ਕਰਕੇ ਇਸ ਪੂਰੇ ਇਕੱਲੇ ਸਿੱਖਾਂ ਕੋਲ ਹੈ। ਤਾਂ ਇਸ ਕਰਕੇ ਉਸ ਦਿੱਲੀ ਦਾ ਤਖਤ ਹੈ ਜਿਹੜਾ ਉਹ ਸਦਾ ਇੱਕ ਕੋਸ਼ਿਸ਼ 'ਚ ਰਹਿੰਦਾ ਹੈ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚ ਹੀ ਕੰਟੇਨ ਕਰਕੇ ਰੱਖਿਆ ਜਾਏ। ਇਸ ਕਰਕੇ ਪੰਜਾਬ ਦੇ ਇਸ਼ੂ ਆਪਣੇ ਆਪ ਨਹੀਂ, ਕਦੇ ਵੀ ਕੋਈ ਵੀ ਪੰਜਾਬ ਦਾ ਇਸ਼ੂ ਜਿਹੜਾ ਉਹ ਚਾਹੇ ਇਕਨੋਮਿਕ ਹੋਏ, ਚਾਹੇ ਪੋਲੀਟੀਕਲ ਹੋਏ, ਚਾਹੇ ਰਿਲੀਜੀਅਸ ਇਸ਼ੂ ਹੁੰਦੇ, ਉਹ ਆਪ ਨਹੀਂ ਬਣਦੇ। ਸਦਾ ਹੀ ਸਟੇਟ ਦਾ ਕਿਤੇ ਨਾ ਕਿਸੇ ਰੂਪ ਉਹਨਾਂ ਨੂੰ ਪੈਦਾ ਕਰਨ 'ਚ, ਜੋ ਕਿਤੇ ਆਪਣੇ ਆਪ ਪੈਦਾ ਹੋ ਜਾਏ ਤਾਂ ਉਹਨੂੰ ਸਸਟੇਨ ਕਰਨ 'ਚ, ਖੜੇ ਰੱਖਣ 'ਚ ਸਟੇਟ ਦਾ ਸਦਾ ਹੀ ਹੱਥ ਹੁੰਦਾ। ਤੋ ਜਿਹੜਾ ਇਹ ਦੇਹਧਾਰੀ ਗੁਰੂਡਮ ਵਾਲਾ ਕੰਮ ਵੀ ਉਹ ਵੀ ਇਸੇ ਤਰ੍ਹਾਂ ਦਾ ਸੀਗਾ ਕਿ ਸਿੱਖਾਂ ਨੂੰ ਸ਼ਾਂਤੀਪੂਰਵਕ ਰਹਿ ਕੇ ਸੋਚਣ ਦੀ ਬਜਾਏ ਉਹਨਾਂ ਨੂੰ ਲਗਾਤਾਰ ਇੱਕ ਹੰਗਾਮੀ ਹਾਲਾਤ ਦੇ ਵਿੱਚ, ਇੱਕ ਲੜਾਈ ਵਾਲੇ ਹਾਲਾਤ ਦੇ ਵਿੱਚ ਹੀ ਪਾਈ ਰੱਖੋ, ਕਿਉਂਕਿ ਉਸ ਹਾਲਾਤ ਦੇ ਵਿੱਚ ਲਗਾਤਾਰ ਕੌਮਾਂ ਰਹਿੰਦੀਆਂ ਨੇ ਤਾਂ ਉਹ
ਲੜਾਈ ਵੱਲ ਨੂੰ ਜਾਂਦੀਆਂ ਨੇ, ਜਿਨ੍ਹਾਂ ਦੀ ਸਿੱਧੀ ਨਸਲਕੁਸ਼ੀ ਕਰਨੀ ਸੌਖੀ ਹੋ ਜਾਂਦੀ ਹੈ। ਤੋ ਇੱਕ ਰੂਪ ਦੇ ਵਿੱਚ 84 ਤੱਕ ਲੈ ਕੇ ਆਉਣ ਦੇ ਲਈ, ਤਾਂ ਕਿ ਇੱਕ ਵੱਡਾ ਇੱਕ ਹਮਲਾ ਕਰਕੇ ਪੂਰੀ ਕੌਮ ਨੂੰ ਉਹ ਇੱਕ ਸ਼ੌਕ 'ਚ ਲੈ ਕੇ ਆ ਸਕਣ, ਤਾਂ ਕਿ ਉਹਨਾਂ ਦੇ ਵਿੱਚ ਵੱਡੇ ਜਿਹੜੇ ਕਲਚਰਲ ਤੇ ਉਹਨਾਂ ਦੇ ਇੰਸਟੀਟਿਊਸ਼ਨਲ ਬਦਲਾਅ ਲੈ ਕੇ ਆਉਣੇ ਸੀਗੇ ਪੂਰੀ ਕੌਮ ਦੇ ਵਿੱਚ, ਉਹਨਾਂ ਲਈ ਮਾਹੌਲ ਬਣਾਉਣ ਦੇ ਲਈ ਇਸ ਤਰ੍ਹਾਂ ਦੀ ਲਗਾਤਾਰ ਹੀ ਸਟੇਟ ਦੀ ਪਾਲਿਸੀ ਰਹੀ। ਜਿਹੜੀ ਇਕੱਲਾ ਮਤਲਬ ਨਿਰੰਕਾਰੀ ਗੁਰੂ ਦਮ ਦੀ ਇਕੱਲਾ ਮਸਲਾ ਨਹੀਂ ਸੀਗਾ, ਇੱਕ ਹਿੱਸਾ ਉਹਨਾਂ ਨੂੰ ਪਤਾ ਸੀਗਾ ਕਿ ਉਸ ਸੇਮ ਟਾਈਮ ਜੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਜਿਹੜੀ ਕਿਸਾਨੀ ਦੇ ਮਸਲੇ ਸੀਗੇ, ਉਹ ਵੀ ਉਹਨਾਂ ਦੀ ਜਿਹੜੀ ਸਟਰਗਲ ਸੀਗੀ ਉਹ ਵੀ 84 ਦੇ ਵਿੱਚ ਮੈਕਸੀਮਮ ਹਾਈਟ ਤੇ ਪਹੁੰਚ ਗਈ ਸੀ। ਉਹ ਇਸ਼ੂ ਵੀ ਪੂਰੇ ਉਲਝਾ ਦਿੱਤੇ ਗਏ ਸੀਗੇ, ਤਾਂ ਕਿ ਇੱਕ ਹਿੱਸਾ ਉਹਨਾਂ ਇਸ਼ੂਜ਼ ਦੇ ਉਲਝਣ ਕਰਕੇ ਐਜੂਕੇਸ਼ਨਲ ਮੋਡ 'ਚ ਆ ਜਾਏ, ਇੱਕ ਹਿੱਸਾ ਜਿਹੜਾ ਥੋੜਾ ਵੱਧ ਰਿਲੀਜੀਅਸ ਸੀਗਾ ਉਹਦੇ ਵਿੱਚ ਜਿਹੜੇ ਇਹ ਨਿਰੰਕਾਰੀ ਵਾਲਾ ਮਸਲਾ ਸੀਗਾ ਇਹਨੂੰ ਉਲਝਾ ਕੇ ਉਹ ਵੀ ਜਿਹੜੀ ਪੂਰੀ ਮਤਲਬ ਸਿਖਰ ਤੇ ਲੈ ਆਉਂਦੀ ਸੀ। ਇਹਨਾਂ ਦੋਨੋਂ ਹੀ ਇਸ਼ੂਜ਼ ਜਿਹੜੇ ਪੰਜਾਬ ਨੂੰ ਬਿਲਕੁਲ, ਜਿਹੜੇ ਪੰਜਾਬ ਦੀ ਸ਼ਾਹ ਰੱਗ ਦੇ ਦੋਨੋਂ ਚੀਜ਼ਾਂ ਨੇੜੇ, ਇੱਕ ਕਿਸਾਨੀ ਆ ਤੇ ਇੱਕ ਸਿੱਖੀ ਦੇ ਮਸਲੇ ਆ, ਉਹ ਦੋਨੋਂ ਇੱਕੋ ਵਕਤ ਪੀਕ ਤੱਕ ਲੈ ਕੇ ਆਉਣ ਲਈ, ਉਹਨਾਂ ਨੂੰ ਉਲਝਾਉਣ ਲਈ ਇੱਕ ਸਟੇਟ ਨੇ ਲਗਾਤਾਰ ਉਹ ਪਾਲਿਸੀ ਵਰਤੀ ਹੈ। ਲਗਾਤਾਰ ਇਸ ਤਰ੍ਹਾਂ ਦਾ ਮਾਹੌਲ ਬਣ ਦਿੱਤਾ ਕਿ ਇਹ ਉੱਭਰੇ, ਇਹ ਸਟਰਗਲ ਤੱਕ ਜਾਏ, ਤਾਂ ਕਿ ਇੱਕ ਵੱਡਾ ਹਮਲਾ ਸਟੇਟ ਕਰ ਸਕੇ, ਜਿਸ ਹਮਲੇ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਇੰਸਟੀਟਿਊਸ਼ਨਲ ਲੈਵਲ ਦੇ ਉੱਤੇ ਜਿਹੜੇ ਹੈਗੇ ਉਹ ਬਦਲਾਅ ਲੈ ਕੇ ਆ ਸਕਣ। ਮਤਲਬ ਸਟੇਟ ਨੇ ਪੂਰੀ ਪਿਛਲੇ ਕਈ ਸਾਲਾਂ ਤੋਂ ਉਸ ਤਰੀਕੇ ਦੀ ਮੋਰਚਾਬੰਦੀ ਕੀਤੀ ਸੀਗੀ, ਇਸ ਤਰੀਕੇ ਦੀ ਕਿ ਹਾਲਾਤ ਇੱਥੇ ਤੱਕ ਪਹੁੰਚਣ। ਸੋ ਉਹਦੇ ਹੁਣ ਬਹੁਤ ਸਾਰੇ ਪ੍ਰਤੱਖ ਜਿਹੜੇ ਮਤਲਬ ਚੀਜ਼ਾਂ ਹੈਗੀਆਂ, ਐਵੇਂ ਕਿਸ ਤਰ੍ਹਾਂ ਸਟੇਟ ਨੇ ਸਾਰੀਆਂ ਚੀਜ਼ਾਂ ਹੋਣ ਦਿੱਤੀਆਂ, ਇੱਥੇ ਤੱਕ ਸਥਿਤੀ ਪਹੁੰਚਣ ਦਿੱਤੀ। ਉਸ ਸਥਿਤੀ 'ਚ ਤੋਂ ਪਹਿਲਾਂ ਬੜੇ ਹੱਲ ਬਣਦੇ ਸੀਗੇ ਜਿਹੜੇ ਲਗਾਤਾਰ ਸਟੇਟ ਨੇ ਈਵਨ ਬਿਲਕੁਲ ਉਸ ਵਕਤ ਹੀ ਜਿਹੜੇ ਇੰਡੀਆ ਦੇ ਬਾਅਦ ਦੇ ਵਿੱਚ ਫਾਈਨੈਂਸ ਮਿਨਿਸਟਰ ਰਹੇ, ਉਦੋਂ ਵੀ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਪ੍ਰਣਬ ਮੁਖਰਜੀ, ਬਾਅਦ ਦੇ ਵਿੱਚ ਉਹ ਇੰਡੀਆ ਦੇ ਰਾਸ਼ਟਰਪਤੀ ਰਹੇ। ਉਹਨਾਂ ਨੇ 85 ਦੇ ਵਿੱਚ ਪੰਜਾਬ ਦੇ ਵਿੱਚ ਹੀ ਇੱਕ ਲੈਕਚਰ ਦੇ ਵਿੱਚ ਪੁੱਛਿਆ ਸੀਗਾ ਵੀ ਕਿੰਨੀਆਂ ਜ਼ਿਆਦਾ ਮੀਟਿੰਗਾਂ ਹੋਈਆਂ ਜਿਨ੍ਹਾਂ ਦੇ ਵਿੱਚ ਆਪ ਇੰਦਰਾ ਗਾਂਧੀ ਸਿੱਧੀ ਇਨਵੋਲਵ ਸੀਗੀ। ਈਵਨ ਅਪ੍ਰੈਲ 84 ਦੇ ਵਿੱਚ ਤੱਕ ਮੀਟਿੰਗਾਂ ਹੋਈਆਂ। ਸਿੱਖਾਂ ਦੀ ਜਿਹੜੀ ਨੁਮਾਇੰਦਾ ਧਿਰ ਸੀਗੀ, ਉਹ ਜੇ ਉਹਨਾਂ ਨੂੰ ਕੋਈ ਸਨਮਾਨਜਨਕ ਇੱਥੇ ਬਰਾਬਰਤਾ ਵਾਲੀ ਗੱਲ ਮਿਲਦੀ ਸੀਗੀ ਤੇ ਉਹ ਅਨੰਦਪੁਰ ਸਾਹਿਬ ਜਿਹੜਾ ਵੱਧ ਅਧਿਕਾਰਾਂ ਦਾ ਮਤਾ ਜਿਹੜਾ ਉਹ ਜਾਂ ਉਹਦੇ ਨੇੜੇ ਤੇੜੇ ਦੀ ਕਿਸੇ ਗੱਲ ਤੱਕ ਸਹਿਮਤ ਹੋਣ ਨੂੰ ਤਿਆਰ ਸੀਗੇ, ਬਟ ਇੰਦਰਾ ਗਾਂਧੀ ਆਪ ਹੀ ਨਹੀਂ ਚਾਹੁੰਦੀ ਸੀ ਕਿ ਗੱਲ ਕਿਸੇ ਸਿਰੇ ਲੱਗੇ। ਇਹ ਤਾਂ ਹੁਣ ਬੜੀ ਸਪਸ਼ਟ ਗੱਲ ਹੈ ਕਿ ਸਟੇਟ ਆਪ ਜਾਣ ਕੇ ਉੱਥੇ ਤੱਕ ਲੈ ਕੇ ਜਾਣਾ ਚਾਹੁੰਦੀ ਸੀ। ਅੱਛਾ ਭਾਈ ਸਾਹਿਬ, ਇੱਕ ਤਾਂ ਸਿੱਖੀ ਦੀ ਸਾਂਝ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਦ ਤੇ ਨਾਦੀ ਪੁੱਤ ਹੋਣ ਦਾ ਸਿੱਖਾਂ ਨੂੰ ਮਾਣ ਹੈ, ਉਹ ਇੱਕ ਸਾਡਾ ਫਲਸਫਾ ਹੈ ਜਿਹੜਾ 18ਵੀਂ ਸਦੀ ਸਾਡੇ ਸਾਹਮਣੇ ਪਈ ਹੈ। ਸਿੱਖ ਰਾਜ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਅਸੀਂ ਕਿਵੇਂ 1816 ਤੋਂ ਲੈ ਕੇ 1716 ਤੋਂ 1800 ਤੱਕ 84 ਵਰੇ ਕਿਸ ਤਰ੍ਹਾਂ ਪੰਜਾਬ ਦੀ ਧਰਤ ਤੇ ਅਸੀਂ ਤੈਅ ਨਹੀਂ ਕਿਸੇ ਦੀ ਹੋਣ ਦਿੱਤੀ। ਸਾਡਾ ਇੱਕ ਵਿਰਸਾ ਹੈ, ਸਾਡਾ ਧਰਮ ਹੈ, ਸਾਡੇ 'ਚ ਬਰਾਬਰਤਾ ਦੀ ਗੱਲ ਹੈ। ਅਬਦਾਲੀ ਸਾਡੇ ਚੁੰਡੀਆਂ ਨਹੀਂ ਸੀ ਵੜਦਾ, ਉਹ ਲੁੱਟ ਕੇ ਜਾਂਦਾ, ਵਿੱਚ ਦੀ ਸਾਡੇ ਲੰਘਦਾ ਪੈਸੇਜ ਇਹ ਸੀ, ਪਰ ਨਹੀਂ ਸੀ ਲੰਘਣ ਦਿੰਦੇ। ਉਹ ਕਹਿੰਦੇ ਨਹੀਂ, ਇਹ ਨਹੀਂ ਗੱਲ ਹੈ। ਉਹ ਫੋਸਟਰ ਵਾਲੀ ਗੱਲ ਬਈ ਜਾਂ ਉੱਪਰ ਅਕਾਲ ਹੈ ਜਾਂ ਧਰਤੀ ਤੇ ਮੇਰਾ ਰਾਜਾ ਵਿੱਚ ਵਿਚਾਲੇ ਕੁਛ ਨਹੀਂ। ਉਹ ਇੱਕ ਤਾਂ ਹੈ ਸਾਡੀ ਉਹ ਸਾਂਝ। ਕੁਝ ਕੁ ਸਾਂਝ ਹੈ ਜਥੇਬੰਦੀਆਂ ਜਿਹੜੀ ਕਹਿੰਦੇ ਵੀ ਆਹ ਜਥੇਬੰਦੀ ਦੇ ਯੋਧੇ ਇਸ ਤਰ੍ਹਾਂ ਹੀ ਹੁੰਦੇ ਆ। ਬਾਬਾ ਦੀਪ ਸਿੰਘ ਤੋਂ ਲੈ ਕੇ ਬਾਬਾ ਜਿਹੜਾ ਦੂਸਰੇ ਸਿੰਘ ਜਿਹੜੇ ਸ਼ਹੀਦ ਹੋਏ, ਜਿਨ੍ਹਾਂ ਦਾ ਬੁੰਗਾ ਬਾਬਾ ਗੁਰਬਖਸ਼ ਸਿੰਘ ਹੋਣਾ ਦਾ, ਫਿਰ ਉਹਦੀ 14ਵੀਂ ਜਿਹੜਾ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਨੇ, ਇਹ ਵੀ ਗੱਲ ਦੂਸਰੀ। ਤੀਸਰੀ ਕੁਛ ਬਲੱਡ ਲਾਈਨ ਆਪਾਂ ਘਰਾਂ 'ਚ ਕਹਿੰਦੇ ਸਾਡੇ ਦਾਦਾ ਜੀ ਇਸ ਤਰ੍ਹਾਂ ਰਹੇ ਨੇ, ਸਾਡੇ ਘਰ 'ਚ ਸਿੱਖੀ ਰਹੀ। ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਸਿੱਖ ਕੌਮ ਦੇ ਸਟੇਜ ਤੇ ਉਹਨਾਂ ਦਾ ਆਉਣਾ, ਇਹਨੂੰ ਤੁਸੀਂ ਕਿਹੜਾ ਵਰਤਾਰਾ ਸਮਝਦੇ ਹੋ? ਉਹ ਅਦੁੱਤੀ ਕੋਈ ਵਰਤਾਰਾ ਹੈ ਜਾਂ ਉਹਨਾਂ ਦਾ ਆਉਣਾ ਹੈ? ਕੁਝ ਚੀਜ਼ਾਂ ਲਿਖੀਆਂ ਹੁੰਦੀਆਂ ਨੇ, ਕਿਉਂਕਿ ਹਰ ਇੱਕ ਬੰਦਾ ਹਰ ਸੋਚ ਤੇ ਸੋਚਦਾ,
ਉਹ ਜੋ ਉਹਨਾਂ ਨੂੰ ਚਲਦੇ ਦਿਖਾਉਂਦਾ, ਕੋਈ ਕਹਿੰਦਾ ਨਾ ਇਹ ਸਭ ਹੈ। ਜਿਵੇਂ ਬਾਜ ਸਤਵੰਤ ਸਿੰਘ ਤੇ ਬੇਅੰਤ ਸਿੰਘ ਉਹਨਾਂ ਨੂੰ ਦਿਖਦੇ ਆ, ਜਾ ਕੇ ਦਰਸ਼ਨ ਦਿੰਦੇ ਆ, ਮੋਢਿਆਂ ਤੇ ਬਹਿੰਦੇ ਆ ਤੇ ਉਹ ਇੰਦਰਾ ਦਾ ਕੰਮ ਕਰਦੇ ਆ। ਇਸ ਤਰ੍ਹਾਂ ਹੀ ਇਹ ਚੀਜ਼ਾਂ ਲਿਖੀਆਂ ਸੀ। ਸੰਤ ਜਰਨੈਲ ਸਿੰਘ ਉਹਨਾਂ ਨੇ ਕੌਮ ਦੇ ਇਸ ਸਦੀ ਦੇ ਵਿੱਚ ਆ ਕੇ ਉਹਨਾਂ ਨੇ ਮਹਾਨ ਸ਼ਹੀਦ ਬਣਨਾ। ਉਹਨਾਂ ਦੇ ਇਸ ਸਟੇਜ ਤੇ ਆਉਣ ਨੂੰ ਤੁਸੀਂ ਕਿਵੇਂ ਲੈਂਦੇ ਹੋ ਵੀ ਸੰਥਿਆ ਕਰਦੇ, ਸੇਵਾ ਕਰਦੇ, ਅੰਮ੍ਰਿਤ ਛਕਾਉਂਦੇ, ਇਹ ਰੂਪ ਚ ਆ ਗਏ ਹੋ? ਦੇਖੋ, ਜਿਹੜਾ ਖਾਲਸਾ ਪੰਥ ਹੈ ਉਹਨੂੰ ਸਿੱਖਾਂ ਦੇ ਵਿੱਚ ਆਪਾਂ ਗੁਰੂ ਖਾਲਸਾ ਪੰਥ ਕਹਿੰਦੇ ਆ ਨਾ ਜੀ। ਤੋ ਜਿਹੜੀ ਗੁਰੂ ਦੀ ਹਸਤੀ ਆ, ਸਮੂਹਿਕ ਰੂਪ ਦੇ ਵਿੱਚ ਖਾਲਸਾ ਉਸ ਹਸਤੀ ਨੂੰ ਰੱਖਦਾ ਹੈ। ਤੇ ਜਿਹੜਾ ਸਿੱਖਾਂ ਦੇ ਗੁਰਮਤਿ ਦੇ ਅਨੁਸਾਰ ਗੁਰੂ ਦੀ ਹੈਸੀਅਤ ਹੈਗੀ ਆ, ਉਹ ਇਸ ਤਰ੍ਹਾਂ ਦੀ ਆ ਕਿ ਜਦੋਂ ਅਕਾਲ ਪੁਰਖ ਦੇ ਰੂਪ ਦੇ ਵਿੱਚ ਤਵਾਰੀਖ ਦੇ ਵਿੱਚ ਆਪਣਾ ਦਖਲ ਦਿੰਦਾ ਹੈ ਤੇ ਉਹ ਗੁਰੂ ਦੇ ਜ਼ਰੀਏ ਦਿੰਦਾ ਹੈ। ਤੋ ਖਾਲਸਾ ਪੰਥ ਹੈ ਜਿਹੜਾ, ਉਹ ਜਾਂ ਉਹਦੀ ਖਾਲਸਾ ਪੰਥ ਦੀ ਜਿਹੜੀ ਨੁਮਾਇੰਦਾ ਧਿਰ ਹੈ, ਉਹ ਇਕੱਲੀ ਕੋਈ ਦੁਨਿਆਵੀ, ਕੋਈ ਰਾਜਸੀ, ਸਿਰਫ ਇਕੱਲੀ ਰਾਜਸੀ ਆਈਡੀ ਲਈ ਲੜਨ ਵਾਲੀ ਧਿਰ ਨਹੀਂ ਹੁੰਦੀ। ਉਸ ਧਿਰ ਦੀ ਜਿਹੜੀ ਜੋਤ ਹੈ ਉਹ ਅਸਲ ਦੇ ਵਿੱਚ ਕਿਸੇ ਸਪਿਰਿਚੁਅਲ ਮੰਡਲ ਦੇ ਵਿੱਚ ਵਿਚਰ ਰਹੀ ਹੁੰਦੀ ਹੈ। ਉਹ ਇਕੱਲਾ ਇਸ ਧਰਤੀ ਤੇ ਨਹੀਂ ਵਿਚਰ ਰਿਹਾ ਹੁੰਦਾ। ਜੇ ਆਪਾਂ ਬਾਬਾ ਦੀਪ ਸਿੰਘ ਹੋਣਾ ਦੀ ਗੱਲ ਕਰੀਏ, ਗੁਰਬਖਸ਼ ਸਿੰਘ ਹੋਣਾ ਦੀ ਗੱਲ ਕਰੀਏ, ਜਾਂ ਭਾਈ ਮਨੀ ਸਿੰਘ ਹੋਣਾ ਦੀ ਗੱਲ ਕਰੀਏ, ਉਹ ਖਾਲਸਾ ਪੰਥ ਦੀ ਉਸ ਨੁਮਾਇੰਦਾ ਧਿਰ ਦੇ ਵਿੱਚੋਂ ਸੀਗੇ ਜਿਨ੍ਹਾਂ ਦੀ ਸਾਰੀ ਮੋਟੀਵੇਸ਼ਨ ਹੈ ਉਹ ਉਹਨਾਂ ਦੇ ਸਪਿਰਿਚੁਅਲ ਮੰਡਲ ਤੋਂ ਚੱਲ ਰਹੀ ਸੀਗੀ। ਉਹ ਕਿਸੇ ਦੁਨਿਆਵੀ ਮੋਟਿਵ, ਕਿਸੇ ਦੁਨਿਆਵੀ ਪੋਲੀਟੀਕਲ ਆਈਡੀਆ ਲਈ ਨਹੀਂ ਲੜ ਰਹੇ ਸੀ। ਉਹ ਲੋਕਾਂ ਦੇ ਲਈ ਜਿਹੜਾ ਗੁਰੂ ਦਾ ਬਿਰਧ ਹੈ, ਸਰਬੱਤ ਦੇ ਭਲੇ ਦਾ, ਉਹਨਾਂ ਲਈ ਲੜ ਰਹੇ ਸੀ। ਜਿੱਦਾਂ ਹੁਣ ਬਾਬਾ ਦੀਪ ਸਿੰਘ ਹੋਣੀ ਲੜਾਈ ਲੜੀ ਇੰਨਾ ਲੰਬਾ ਟਾਈਮ, ਉਹਨਾਂ ਦੀ ਮਿਸਲ ਦੇ ਕੋਲ ਕੋਈ ਟੈਰੀਟਰੀ ਨਹੀਂ ਸੀਗੀ। ਜਿੰਨੀਆਂ ਸਾਰੀਆਂ ਮਿਸਲਾਂ ਸੀਗੀਆਂ, ਉਹਨਾਂ ਮਿਸਲਾਂ ਦੇ ਵਿੱਚੋਂ ਬਾਬਾ ਦੀਪ ਸਿੰਘ ਹੋਣਾ ਦੀ ਮਿਸਲ ਸੀਗੀ ਜਿਹੜੀ ਟੈਰੀਟਰੀ ਨਹੀਂ ਰੱਖਦੀ ਸੀ, ਬਟ ਲੋਕਾਂ ਦੀ ਧਿਰ ਬਣ ਕੇ ਲੜਦੀ ਸੀਗੀ, ਜਿਹੜਾ ਗੁਰੂ ਦਾ ਬਿਰਧ ਹੈ ਜਰਵਾਣੇ ਦੀ ਭਖਿਆ ਕਰਨ ਦਾ। ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਸੀਗੇ। ਸੰਤ ਜਰਨੈਲ ਸਿੰਘ ਜੀ ਹੋਣਾ ਦਾ ਆਈਡੀਆ ਕੋਈ ਵੱਧ ਅਧਿਕਾਰ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਣ ਦਾ ਨਹੀਂ ਸੀਗਾ, ਜਾਂ ਕੋਈ ਮੁਲਕ ਲੈ ਕੇ ਇੱਥੋਂ ਦਾ ਰਾਸ਼ਟਰਪਤੀ ਬਣ ਜਾਣ ਦਾ ਜਾਂ ਪ੍ਰਧਾਨ ਮੰਤਰੀ ਬਣ ਜਾਣ ਦਾ ਨਹੀਂ ਸੀਗਾ। ਸੰਤ ਜਰਨੈਲ ਸਿੰਘ ਹੋਣਾ ਦਾ ਆਈਡੀਆ, ਜੋ ਗੁਰੂ ਨੇ ਸਿੱਖਾਂ ਨੂੰ ਦਿੱਤਾ ਹੋਇਆ ਖਾਲਸਾ ਪੰਥ ਨੂੰ, ਕਿ ਜਦੋਂ ਲੋਕ ਨਿਤਾਣੇ ਹੋ ਜਾਣ, ਜਦੋਂ ਉਹਨਾਂ ਦੀ ਕੋਈ ਧਿਰ ਨਾ ਰਹਿ ਜਾਏ, ਉਹਨਾਂ ਨਿਤਾਣਿਆਂ ਦੇ ਤਾਣ ਬਣਨਾ, ਉਹਨਾਂ ਦੇ ਧਿਰਿਆਂ ਦੀ ਧਿਰ ਬਣਨਾ। ਖਾਲਸਾ ਪੰਥ ਦੇ ਰੂਪ ਦੇ ਵਿੱਚ ਤੁਸੀਂ ਦੇਖੋ ਕਿ ਸੰਤ ਕਰਤਾਰ ਸਿੰਘ ਹੋਣੀ, ਸੰਤ ਜਰਨੈਲ ਸਿੰਘ ਹੋਣੀ ਉਦੋਂ ਫਾਈਟ ਦੇ ਵਿੱਚ ਆਏ ਆ ਜਦੋਂ ਅਕਾਲੀ ਦਲ ਇੱਥੋਂ ਦੇ ਜਿਹੜੇ ਲੋਕ ਹੈ, ਉਹਨਾਂ ਦੇ ਰਾਜਸੀ ਜਿਹੜੇ ਹੱਕ ਹੈ ਜਾਂ ਜਿਹੜੇ ਉਹਨਾਂ ਦੇ ਆਰਥਿਕ ਹੱਕ ਹੈ, ਉਹਨਾਂ ਦੇ ਸ਼ੋਸ਼ਣ ਰੋਕਣ 'ਚ ਅਸਮਰਥ ਹੋ ਗਿਆ ਸੀਗਾ। ਜਿੱਦਾਂ ਕਪੂਰੀ ਦਾ ਮੋਰਚਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਅਕਾਲੀ ਦਲ ਨੇ ਇੱਥੋਂ ਦੇ ਕਿਸਾਨੀ ਵਰਗ ਦੀ ਨੁਮਾਇੰਦਾ ਧਿਰ ਹੋਣ ਦੇ ਨਾਤੇ ਮੋਰਚਾ ਲਾਇਆ, ਉਹ ਕੁਛ ਦਿਨਾਂ ਦੇ ਵਿੱਚ ਹੀ ਫੇਲ ਹੋ ਗਿਆ। ਪਤਾ ਲੱਗ ਗਿਆ, ਇਹ ਸਾਬਤ ਹੋ ਗਿਆ ਕਿ ਇੱਥੋਂ ਦੀਆਂ ਕੋਈ ਵੀ ਰਾਜਸੀ ਧਿਰਾਂ ਇੱਥੋਂ ਦੇ ਲੋਕਾਂ ਦੀ ਰਾਖੀ ਨਹੀਂ ਕਰ ਸਕਦੀਆਂ। ਕਾਂਗਰਸ ਸੀਗੀ ਜਾਂ ਜਿਹੜੀਆਂ ਕਾਮਰੇਡ ਧਿਰਾਂ ਸੀਗੀਆਂ, ਉਹ ਤਾਂ ਆਲਰੇਡੀ ਦਿੱਲੀ ਤਖਤ ਦੀਆਂ ਹੀ ਐਕਸਟੈਂਸ਼ਨ ਸੀਗੀਆਂ, ਇੱਥੇ ਉਹ ਤਾਂ ਲੜੀ ਨਹੀਂ ਰਹੀਆਂ ਸੀਗੀਆਂ ਪੰਜਾਬ ਦੇ ਲਈ। ਤਾਂ ਜਦੋਂ ਅਕਾਲੀ ਦਲ ਜਿਹੜਾ ਇੱਥੇ ਦੀ ਕਿਸਾਨੀ ਦੀ ਮੁੱਖ ਧਿਰ ਬਣ ਗਿਆ ਹੋਇਆ ਸੀਗਾ, ਜਾਂ ਇੱਥੋਂ ਦੇ ਜਿਹੜੇ ਪੰਜਾਬੀ ਸੱਭਿਆਚਾਰ ਦੀ ਧਿਰ ਬਣ ਗਿਆ ਹੋਇਆ ਸੀਗਾ, ਜਾਂ ਕਿਸੇ ਇੱਕ ਲੈਵਲ ਦੇ ਉੱਤੇ ਸਿੱਖਾਂ ਦੀ ਸੀਗੀ ਆਮ ਦੀ, ਤੇ ਜਦੋਂ ਉਹ ਆਮ ਲੋਕਾਂ ਦੀ ਧਿਰ ਬਣਨ ਦੀ ਸਮਰੱਥਾ ਹੀ ਖਤਮ ਕਰ ਚੁੱਕਾ ਸੀਗਾ, ਸੰਤ ਜਰਨੈਲ ਸਿੰਘ ਹੁਣੀ ਉਸ ਵਕਤ ਇਸ ਲੜਾਈ ਦੇ ਵਿੱਚ ਆਏ ਆਮ ਲੋਕਾਂ ਦੀ ਧਿਰ ਬਣ। ਪਰ ਕਿਉਂਕਿ ਉਹ ਇੱਕ ਸਪਿਰਿਚੁਅਲ ਮੰਡਲ ਦੇ ਵਿੱਚੋਂ ਉਹਨਾਂ ਦੀ ਮੋਟੀਵੇਸ਼ਨ ਆ ਰਹੀ ਸੀਗੀ, ਇਸੇ ਕਰਕੇ ਜਿਹੜਾ ਉਹਨਾਂ ਦਾ ਲੜਨ ਦਾ ਅੰਦਾਜ਼ ਰਿਹਾ, ਉਹਨਾਂ ਦਾ ਜਿਹੜਾ ਲੜਨ ਨੂੰ ਇੱਕ ਅੰਜਾਮ ਤੱਕ ਲੈ ਕੇ ਜਾਣ ਦੀ ਉਹਨਾਂ ਦੀ ਇੱਕ ਪ੍ਰਾਪਤੀ ਰਹੀ, ਉਹ ਅਕਾਲੀ ਦਲ ਤੋਂ ਵੱਖਰੀ ਰਹੀ। ਕਿਉਂਕਿ ਅਕਾਲੀ ਦਲ ਸਦਾ ਹੀ ਜਦੋਂ ਇੱਥੇ ਦੀ ਛੋਟੀ ਮੋਟੀ ਸੂਬੇਦਾਰੀ ਦੀ ਪਾਵਰ ਲੈ ਲੈਂਦਾ ਸੀਗਾ, ਇਹਨਾਂ ਸਾਰੀਆਂ ਮੰਗਾਂ ਦੇ ਉੱਤੇ ਸਟਰਗਲ ਕਰਕੇ ਉਹ ਫਿਰ ਉਹ ਸਟਰਗਲ ਛੱਡ ਜਾਂਦਾ ਸੀਗਾ। ਤੇ ਸੰਤ ਜਰਨੈਲ ਸਿੰਘ ਹੋਣੀ ਕਿਉਂਕਿ ਇੱਕ ਥੋੜਾ ਜਿਹਾ ਹੋਲਡ ਕਰਿਓ ਜੀ, ਇੱਕ ਮਿੰਟ ਹੋਲਡ ਕਰਿਓ, ਇੱਕ ਟੌਪ ਆਫ ਆਵਰ ਆਈਡੀ ਚੱਲ ਰਹੀ ਹੈ। ਸੋ ਮਾਫੀ ਭਾਈ ਸਾਹਿਬ, ਕੁਝ ਚੀਜ਼ਾਂ ਜਿਹੜੀਆਂ ਮੈਨੂੰ ਕਰਨੀਆਂ ਪੈਣੀਆਂ ਨੇ, ਪਰ ਮੈਂ ਗੱਲ ਤੁਹਾਡੀ ਰੋਕਣੀ ਨਹੀਂ ਚਾਹੁੰਦਾ ਗੱਲ। ਅੱਛਾ, ਇਸ ਤਰ੍ਹਾਂ ਹੁਣ ਆਪਾਂ ਉਹਨਾਂ ਦੀ ਉਹ ਆ ਗਏ ਸਾਡੇ ਸਟੇਜ ਤੇ। ਹੁਣ ਇੱਕ ਬਹੁਤ ਵੱਡਾ ਮਤਲਬ ਬਹੁਤ ਵੱਡੀ ਇੱਕ ਡਿਸਕਸ਼ਨ ਜਿਹੜੀ ਸੋਸ਼ਲ ਮੀਡੀਆ ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਵੀ ਨੌਜਵਾਨ ਮੁੰਡੇ ਪੁੱਛਦੇ ਹੋਣਗੇ, ਜਿਹੜੇ
ਹਲੇ ਇਸ ਚੀਜ਼ ਦੇ ਵਿੱਚ ਨਵੇਂ ਪਿਆ। ਉਹ ਕਹਿੰਦੇ ਵੀ ਮਹਿਤਾ ਚੌਂਕ ਛੱਡ ਕੇ ਦਰਬਾਰ ਸਾਹਿਬ ਕਿਉਂ ਚਲੇ ਗਏ? ਦਰਬਾਰ ਸਾਹਿਬ ਜੇ ਗਏ ਤਾਂ ਹਥਿਆਰ ਕਿਉਂ ਲੈ ਕੇ ਚਲੇ? ਹਥਿਆਰ ਉਹ ਲੈ ਕੇ ਗਏ ਤਾਂ ਮਿਲਟਰੀ ਆਈ, ਤਾਂ ਉਹਨਾਂ ਨੇ ਅਟੈਕ ਕੀਤਾ। ਸੰਤਾਂ ਕੋਲ ਹਥਿਆਰ ਨਾ ਹੁੰਦੇ ਉੱਥੇ ਹਮਲਾ ਨਹੀਂ ਸੀ ਹੋਣਾ। ਇਹਨੂੰ ਸਪਸ਼ਟ ਕਰੋ ਜੀ। ਨਹੀਂ, ਇੱਕ ਤਾਂ ਬੁਨਿਆਦੀ ਮਸਲਾ ਹੈਗਾ ਕਿ ਜਦੋਂ ਤੁਸੀਂ ਐਜ਼ ਏ ਸਿੱਖ, ਚਾਹੇ ਆਪਣੀ ਨਿਆਰੀ ਪਛਾਣ ਦੀ ਲੜਾਈ ਹੋਏ, ਚਾਹੇ ਕਿਸੇ ਦੂਜੇ ਧਿਰ ਦੇ ਭਲੇ ਦੇ ਲਈ ਧਿਰ ਬਣ ਕੇ ਲੜਨਾ ਹੈ, ਤਾਂ ਸਿੱਖਾਂ ਦਾ ਜਿਹੜਾ ਆਈਡੀਆ ਹੈਗਾ ਕਿ ਉਹ ਅਕਾਲ ਤਖ਼ਤ ਸਾਹਿਬ ਤੋਂ ਹੀ ਸਟਰਗਲ ਹੁੰਦੀ ਹੈ। ਇੱਕ ਜਿਹੜੀ ਮਸਲਾ ਹੈਗਾ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਕਿਸ ਜਗ੍ਹਾ ਤੋਂ ਖੜ ਕੇ ਦੇਖਦੇ ਆ, ਉਹਦੇ ਉੱਤੇ ਹੀ ਸਾਰਾ ਫਰਕ ਪੈ ਜਾਂਦਾ ਹੈ। ਤੋ ਜੇ ਤੁਸੀਂ ਪਹਾੜ ਤੋਂ ਖੜ ਕੇ ਕੋਈ ਚੀਜ਼ ਦੇਖੋ, ਉਹਦਾ ਨਜ਼ਾਰਾ ਹੋਰ ਹੋਣਾ। ਆਪਣੇ ਕਿਸੇ 5 ਮੰਜ਼ਿਲਾ ਕੋਠੇ ਤੋਂ ਖੜ ਕੇ ਕੋਈ ਮੈਦਾਨ ਦੇਖੋ, ਉਹਦਾ ਨਜ਼ਾਰਾ ਹੋਰ ਹੋਣਾ। ਥੱਲੇ ਖੜ ਕੇ ਦੇਖੋ ਤਾਂ ਉਹਦਾ ਨਜ਼ਾਰਾ ਹੋਰ ਹੋਣਾ। ਤੋ ਇੱਕ ਤਾਂ ਇਸ ਸੰਬੰਧੀ ਇਹ ਬੇਨਤੀ ਹੈ ਕਿ ਜਦੋਂ ਤੁਸੀਂ ਸਿੱਖਾਂ ਦੇ ਕਿਸੇ ਅਮਲ ਨੂੰ ਦੇਖਣਾ ਤਾਂ ਉਹ ਗੁਰਮਤ ਦੇ ਨਜ਼ਰੀਏ ਤੋਂ ਦੇਖੋਗੇ, ਉਹ ਹੋਰ ਦਿਖੇਗਾ। ਉਹ ਪੱਛਮੀ ਜਿਹੜਾ ਸੈਕੂਲਰ ਫਲਸਫਾ ਹੈ, ਉਸ ਨਜ਼ਰੀਏ ਤੋਂ ਦੇਖੋਗੇ, ਉਹ ਹੋਰ ਦਿਸੇਗਾ। ਤਾਂ ਗੁਰਮਤ ਦੇ ਨਜ਼ਰੀਏ ਤੋਂ ਦੇਖਿਆ, ਜਿਹਨੂੰ ਗੁਰਮਤ ਦੀ ਮਾੜੀ ਮੋਟੀ ਵੀ ਸਮਝ ਹੈ, ਉਹਨੂੰ ਇਹ ਪਤਾ ਹੈ ਕਿ ਸਿੱਖਾਂ ਦੀ ਚਾਹੇ ਸਟਰਗਲ ਅਬਦਾਲੀ ਦੇ ਖਿਲਾਫ ਰਹੀ ਹੋਏ, ਚਾਹੇ ਮੁਗਲਾਂ ਦੇ ਖਿਲਾਫ ਰਹੀ ਹੋਏ, ਚਾਹੇ ਬ੍ਰਿਟਿਸ਼ ਅੰਪਾਇਰ ਦੇ ਖਿਲਾਫ ਰਹੀ ਹੋਏ, ਚਾਹੇ ਹੋਣ ਵਾਲੇ ਬਿਬਰ ਅੰਪਾਇਰ ਦੇ ਖਿਲਾਫ ਹੈ। ਜੇ ਉਹ ਤੁਸੀਂ ਐਜ਼ ਏ ਸਿੱਖ ਹੋ ਕੇ ਲੜਨੀ ਆ, ਉਹ ਅਕਾਲ ਤਖ਼ਤ ਸਾਹਿਬ ਤੋਂ ਹੀ ਲੜੀ ਜਾਣੀ। ਉਹ ਬਣਦੀ ਉੱਥੋਂ, ਹੋਰ ਕੋਈ ਉਹਦੀ ਦੂਜੀ ਜਗ੍ਹਾ ਹੈ ਨਹੀਂ ਵੀ ਜਿੱਥੋਂ ਉਹ ਲੜੀ ਜਾਏ। ਇੱਕ ਇਹ ਬੁਨਿਆਦੀ ਗੱਲ ਹੈ। ਦੂਜੀ ਗੱਲ ਹੈ ਜਿਹੜੀ ਹਥਿਆਰ ਦੀ, ਉਹ ਦੁਨੀਆ ਭਰ ਦੇ ਵਿੱਚ ਜਿਹੜੀ ਪੋਲੀਟੀਕਲ ਸਟਰਗਲ ਹੈਗੀ ਆ, ਉਹਦੇ ਵਿੱਚ ਜਿਹੜਾ ਹਥਿਆਰ ਹੈ ਦੁਨੀਆ ਦੀਆਂ ਸਾਰੀਆਂ ਸਟੇਟ ਦੇ ਕੋਲ ਹੁੰਦਾ ਹੈ। ਹਥਿਆਰ ਐਜ਼ ਇਟ ਇਜ਼ ਆਪਣੇ ਆਪ ਦੇ ਵਿੱਚ ਕੋਈ ਮਾੜੀ ਸ਼ੈ ਨਹੀਂ ਹੈ। ਹਥਿਆਰ ਵਰਤਿਆ ਕਿਵੇਂ ਜਾਂਦਾ ਹੈ, ਕਿਸ ਮਨਸ਼ਾ ਨਾਲ ਵਰਤਿਆ ਜਾਂਦਾ ਤੇ ਕਦੋਂ ਵਰਤਿਆ ਜਾਂਦਾ ਹੈ, ਉੱਥੇ ਜਾ ਕੇ ਉਹਦੇ ਚੰਗੇ ਜਾਂ ਮਾੜੇ ਹੋਣ ਦਾ ਫਰਕ ਪਤਾ ਲੱਗਦਾ ਹੈ। ਤੋ ਸਾਰੀ ਦੁਨੀਆ ਦੇ ਮੁਲਕਾਂ ਨੇ ਆਪਣੇ ਡਿਪਲੋਮੈਟਿਕ ਚੈਨਲ ਬਣਾਏ ਹੋਏ ਆ, ਐਮਬੈਸੀਜ਼ ਬਣਾਈਆਂ ਹੋਈਆਂ ਦੂਜੇ ਮੁਲਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ, ਪਰ ਉੱਥੇ ਹੀ ਉਹਨਾਂ ਨੇ ਹਥਿਆਰ ਵੀ ਰੱਖੇ। ਮਤਲਬ ਇੰਡੀਆ ਔਰ ਪਾਕਿਸਤਾਨ ਹੈ, ਜਿਨ੍ਹਾਂ ਦੀਆਂ ਕਿੰਨੀਆਂ 4 ਵੱਡੀਆਂ ਜੰਗਾਂ ਹੋ ਲਈਆਂ ਨੇ ਆਪਸ ਦੇ ਵਿੱਚ, ਪ੍ਰੋਕਸੀ ਵਾਰ ਦੋਨੋਂ ਪਾਸੇ ਤੋਂ ਲਗਾਤਾਰ ਚੱਲਦੀ ਰਹਿੰਦੀ ਹੈ। ਇੱਥੇ ਉਹਨਾਂ ਦੀਆਂ ਐਮਬੈਸੀਜ਼ ਵੀ ਹੈਗੀਆਂ ਨੇ, ਪਰ ਉਹਨਾਂ ਦੀਆਂ ਬਾਰਡਰ ਦੇ ਉੱਤੇ ਫੌਜ ਵੀ ਖੜੀਆਂ ਨੇ, ਕਿਉਂਕਿ ਇਹ ਜਿਹੜੀ ਦੁਨੀਆ ਦੀ ਲੜਾਈ ਹੈ ਦੁਨੀਆ ਦੇ ਹਿਸਾਬ ਨਾਲ ਲੜੀ ਜਾਂਦੀ। ਇਸੇ ਤਰ੍ਹਾਂ ਜਿਹੜੇ ਸਿੱਖ ਸੀਗੇ, ਸਿੱਖ ਜਿਹੜੀ ਇੰਡੀਆ ਦੇ ਨਾਲ ਆਪਣੇ ਹੱਕਾਂ ਦੀ ਲੜਾਈ ਸੀਗੀ, ਉਹ ਬੜੇ ਪੁਰਅਮਨ ਤਰੀਕੇ ਦੇ ਨਾਲ ਲੜ ਰਹੇ ਸੀ। ਜਿਹੜੀ ਸਟੇਟ, ਜਿਹੜੀ ਵੀ ਕੋਈ ਸਿਆਣਾ ਬੰਦਾ ਹੈ, ਉਹਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਜਦੋਂ ਲੜਾਈ ਪੁਰਅਮਨ ਤਰੀਕੇ ਨਾਲ ਲੜ ਰਹੇ ਹੁੰਦੇ ਆ, ਜੇ ਤੁਸੀਂ ਲੜਾਈ ਨੂੰ ਕਿਸੇ ਅੰਤ ਤੱਕ ਲੈ ਕੇ ਜਾਣਾ, ਤੇ ਜਿਹੜੀ ਜਾਵਰ ਧਿਰ ਹੈ ਉਹਨੇ ਅਲਟੀਮੇਟਲੀ ਤੁਹਾਡੇ ਤੇ ਹਮਲਾ ਕਰਨਾ ਹੈ। ਜਿਹੜਾ ਸਿੱਖੀ ਦਾ ਗੁਰੂ ਮਹਾਰਾਜ ਨੇ ਫਰਜ਼ ਵਰਤਿਆ ਦਿੱਤਾ ਹੋਇਆ ਸਿੱਖਾਂ ਨੂੰ, ਇਹ ਦਿੱਤਾ ਹੋਇਆ ਕਿ ਅਗਰ ਤੁਹਾਡੇ ਤੇ ਕੋਈ ਹਮਲਾਵਰ ਹੋ ਕੇ ਆਉਂਦਾ ਹੈ, ਜਦੋਂ ਕੋਈ ਤੁਹਾਡੇ ਤੇ ਜਰਵਾਣਾ ਬਣ ਕੇ ਆਉਂਦਾ ਹੈ, ਤਾਂ ਉਹਨੂੰ ਜਥਾਯੋਗ ਆਪਣੀ ਸਮਰੱਥਾ ਦੇ ਮੁਤਾਬਕ ਤੁਸੀਂ ਉੱਤਰ ਦੇਣਾ। ਤਾਂ ਸਿੱਖਾਂ ਨੇ ਸਿੱਖ ਨਜ਼ਰੀਏ ਤੋਂ ਦੇਖੋ ਤਾਂ ਉਹਦੇ ਵਿੱਚ ਜੋ ਕੁਛ ਕਰਨਾ ਬਣਦਾ ਸੀਗਾ, ਸਗੋਂ ਤੂੰ ਘੱਟ ਹੀ ਕੀਤਾ। ਤੂੰ ਬਹੁਤ ਜ਼ਿਆਦਾ ਸਿੱਖਾਂ ਦਾ ਰਿਸਪੌਂਸ ਹੋਣਾ ਚਾਹੀਦਾ ਸੀਗਾ, ਜਿਸ ਰੂਪ ਦੇ ਵਿੱਚ ਸਿੱਖ ਜਿਹੜੀ ਇਹ ਪੱਛਮੀ ਜਿਹੜਾ ਸੈਕੂਲਰ ਫਲਸਫੇ ਤੋਂ ਪ੍ਰਭਾਵਿਤ ਹੋਣ ਕਰਕੇ ਵੱਡੇ ਰੂਪ 'ਚ ਦੇ ਨਹੀਂ ਸਕੇ, ਜਿਸ ਤਰੀਕੇ ਨਾਲ ਸਿੱਖ ਇਤਿਹਾਸ ਦਿੰਦੇ ਆਏ ਸੀਗੇ। ਸਗੋਂ ਉਹ ਸਾਰੇ ਸਿੱਖਾਂ ਦੀ ਨੁਮਾਇੰਦਗੀ ਦੇ ਤੌਰ ਤੇ ਉੱਥੋਂ ਦੇ ਜਿਹੜੇ 150-200 ਸਿੱਖ ਸੀਗੇ ਸੰਤਾਂ ਦੇ ਨਾਲ ਫਾਈਟਰ, ਉਹਨਾਂ ਨੇ ਬਿਲਕੁਲ ਸਿੱਖ ਟ੍ਰੈਡੀਸ਼ਨ ਦੇ ਮੁਤਾਬਕ ਉਹਦਾ ਦਿੱਤਾ। ਇੰਡੀਆ ਦੀ ਤੁਸੀਂ ਦੂਜੇ ਪਾਸੇ ਦੇਖੋ, ਜਿਹੜਾ ਹਮਲਾ ਹੋਇਆ ਉਹ ਕਿਉਂ ਹੋਇਆ? ਸਿੱਖ ਥੋੜ੍ਹੀ ਜਾ ਕੇ ਉੱਥੇ ਹਮਲਾਵਰ ਹੋਏ। ਸੰਤ ਜਰਨੈਲ ਸਿੰਘ ਉਹਨਾਂ ਦੇ ਉੱਤੇ ਇੱਕ ਜਿੰਨਾ ਔਨ ਰਿਕਾਰਡ ਹੈਗਾ, ਉਹ ਇਹ ਹੈ ਕਿ ਇੱਕ ਭੜਕਾਊ ਭਾਸ਼ਣ ਦੇਣ ਦਾ ਇੱਕ FIR ਦਰਜ, ਜਿਹੜੀ ਵੇਲੇਬਲ ਓਫੈਂਸ ਹੈਗੀ ਹੈ। ਐਨੇ ਓਫੈਂਸ ਕਰਕੇ ਇੱਕ ਐਡੀ ਵੱਡੀ, ਮਤਲਬ ਦੁਨੀਆ ਦੀ 5ਵੇਂ ਨੰਬਰ ਦੀ ਜਿਹੜੀ ਸਭ ਤੋਂ ਵੱਡੀ ਮਿਲਟਰੀ ਮਾਈਟ ਹੈਗੀ ਆ, ਉਹ ਆਪਣੀ ਐਡੀ ਵੱਡੀ ਫੌਜ ਨੂੰ ਮੋਬਿਲਾਈਜ਼ ਕਰਦੀ ਆ, ਜਿਹਦੇ ਵਿੱਚ ਤੋਪਾਂ ਵੀ ਆ ਜਾਂਦੀਆਂ, ਟੈਂਕ ਵੀ ਆ ਜਾਂਦੇ ਆ। ਉਹ ਐਡੇ ਵੱਡੇ ਹਮਲੇ ਦੀ ਜਿਹੜੀ ਤਿਆਰੀ ਹੈਗੀ ਆ, ਉਹ ਬੜੇ ਲੰਬੇ ਟਾਈਮ ਦੇ ਉੱਤੇ ਚੱਲ ਰਹੀ ਸੀਗੀ। ਉਹ ਜਾਣ ਕੇ ਜਿਹੜੀ
ਕਿੰਨੇ ਸਮੇਂ ਤੋਂ ਹਾਲਾਤ ਬਣਾਏ ਉਹਨਾਂ ਨੇ, ਉਹ ਹਮਲਾ ਤਾਂ ਉਹਨਾਂ ਦਾ ਇਨੋਵੇਟੇਬਲ ਹੀ ਸੀਗਾ। ਸਗੋਂ ਸਟੇਟ ਉਲਟਾ ਇਹ ਚਾਹੁੰਦੀ ਸੀਗੀ ਕਿ ਸਿੱਖ ਜੇ ਨਹੀਂ ਲੜਦੇ, ਜਿਸ ਸੰਤ ਜਰਨੈਲ ਸਿੰਘ ਹੁਣੀ ਬਿਨਾਂ ਲੜੇ ਤੋਂ ਹੀ ਹਥਿਆਰ ਸਿੱਟ ਕੇ ਬਾਹਰ ਆ ਜਾਂਦੇ, ਉਹ ਸਰੈਂਡਰ ਕਰ ਦਿੰਦੇ, ਤਾਂ ਕਿ ਸਟੇਟ ਸਾਨੂੰ ਮਾਨਸਿਕ ਤੌਰ ਦੇ ਉੱਤੇ ਗੁਲਾਮ ਬਣਾਉਣ ਦੇ ਲਈ ਉਹਨਾਂ ਦੇ ਚਿੰਨ੍ਹ ਨੂੰ ਵਰਤ ਸਕਦੀ। ਸਟੇਟ ਦੀ ਆਈਡੀਆ ਤਾਂ ਐਕਚੁਅਲੀ ਇਹੀ ਸੀਗਾ ਨਾ ਕਿ ਸੰਤ ਜਰਨੈਲ ਸਿੰਘ ਉਹਨਾਂ ਜਦੋਂ ਅਸੀਂ ਹਮਲਾ ਕਰਾਂਗੇ, ਵੱਡੀ ਰੂਪ ਦੇ ਵਿੱਚ ਫੌਜ ਦਿਖਾਵਾਂਗੇ, ਫੌਜ ਦਾ ਸਾਰਾ ਜਾਹੋ ਜਲਾਲ ਦੇਖ ਕੇ ਉਹ ਡਰ ਕੇ ਗੋਡਿਆਂ ਪਰਨੇ ਹੋ ਕੇ ਉਹ ਆਤਮ ਸਮਰਪਣ ਕਰ ਦੇਣਗੇ। ਫਿਰ ਅਸੀਂ ਉਹ ਲਾਈਵ ਦਿਖਾਵਾਂਗੇ ਲੋਕਾਂ ਨੂੰ ਕਿ ਆਹ ਦੇਖੋ ਆਹ ਹੁੰਦਾ ਖਾਲਸਾ ਜਿਹੜਾ ਤੁਸੀਂ ਇਤਿਹਾਸ ਦੇ ਵਿੱਚ ਸੁਣ ਰਹੇ ਆ। ਜਿੱਦਾਂ PC ਸੇਠੀ ਕਹਿ ਰਿਹਾ ਸੀਗਾ ਨਾ, ਇੰਡੀਆ ਦਾ ਹੋਮ ਮਿਨਿਸਟਰ, ਕਿ ਆਪ ਕੇ ਢਾਡੀਆਂ ਦੇ ਬਾਰੇ ਕਿ ਜਿਹੜੀ ਉਹ ਡੁਗਡੁਗੀ ਵਜਾ ਕੇ ਇਤਿਹਾਸ ਦੀਆਂ ਅਣਹੋਈਆਂ ਗੱਲਾਂ ਕਰਕੇ ਤੁਸੀਂ ਆਪਣੇ ਆਪ ਦਾ ਇਤਿਹਾਸ ਬਹੁਤ ਬੜਾ ਬਣਾਇਆ ਹੈ, ਸਾਨੂੰ ਦੱਸਾਂਗੇ ਤੁਸੀਂ ਕਿਆ ਹੁੰਦੇ। ਉਹ ਸਾਡੇ ਹੁਣ ਦੇ ਸੰਤ ਜਰਨੈਲ ਸਿੰਘ ਹੁਣਾਂ ਨੂੰ ਆਤਮ ਸਮਰਪਣ ਕਰਾ ਕੇ ਸਾਡੇ ਪਿਛਲੇ ਇਤਿਹਾਸ ਦੇ ਉੱਤੇ ਵੀ ਸਵਾਲ ਚਿੰਨ੍ਹ ਲਾਉਣ ਦੀਆਂ ਕੋਸ਼ਿਸ਼ਾਂ ਸੀਗੇ, ਤਾਂ ਕਰਕੇ ਇਹ ਆਪਦਾ ਸਾਰਾ ਕੁਛ ਇਹ ਤੋਂ ਹੀ ਮਤਲਬ ਮੁਨੱਕਰ ਹੋ ਜਾਣ। ਸਗੋਂ ਸੰਤਾਂ ਨੇ ਉੱਥੇ ਹਥਿਆਰਬੰਦ ਰੂਪ ਦੇ ਵਿੱਚ ਸਟਰਗਲ ਦੇ ਕੇ ਪੁਰਾਣੀ ਹਿਸਟਰੀ ਮੁੜ ਕੇ, ਪੁਰਾਣਾ ਇਤਿਹਾਸ ਜਿੱਥੋਂ ਇੰਸਪੀਰੇਸ਼ਨ ਲੈ ਕੇ ਐਡੀਆਂ ਵੱਡੀਆਂ ਤਾਕਤਾਂ ਦੇ ਨਾਲ ਸਿੱਖ ਲੜੇ ਆ, ਉਹਨੂੰ ਦੁਬਾਰਾ ਜੀਵੰਤ ਕੀਤਾ। ਸਿੱਖ ਦੁਆਰਾ ਉਸ ਰੂਪ ਦੇ ਵਿੱਚ ਜਿਹੜਾ ਅਸਲ ਰੂਪ ਦੇ ਵਿੱਚ ਖਾਲਸੇ ਦਾ ਰੂਪ ਸੀਗਾ, ਉਹਦੇ ਵਿੱਚ ਜਾਗਿਆ ਉਸ ਫਾਈਟ ਤੋਂ ਬਾਅਦ। ਐਡਾ ਵੱਡਾ ਹਾਸਲ ਹੈ ਉਸ ਫਾਈਟ। ਇੱਕ ਬ੍ਰੇਕ ਲੈ ਲਈਏ ਜੀ, ਫਿਰ 1984 ਤੋਂ ਬਾਅਦ ਦੀ ਜਿਹੜੀ ਤਬਦੀਲੀ ਜਿਹੜੀ ਹੈ ਉਹਦੇ ਬਾਰੇ ਤੁਸੀਂ ਦੱਸਿਓ ਕਿ ਅਸਲ ਉਹ ਸਿੱਧ ਕੀ ਕਰਨਾ ਚਾਹੁੰਦੇ ਸੀ ਤੇ ਪਿਛਲੇ 36 ਵਰ੍ਹਿਆਂ 'ਚ ਆਪਾਂ ਦੇਖਦੇ ਕੀ ਅੱਜ ਕਿੱਥੇ ਖੜੇ ਆ। ਪਿਛਲੇ ਦਿਨਾਂ ਦੇ ਤੁਹਾਡੇ ਲੈਕਚਰ ਜਿਹੜੇ ਏਸ਼ੀਆ ਦੇ ਵਿੱਚ ਬਦਲਦੇ ਹਾਲਾਤ ਨੇ, ਉਹਦੇ ਤੇ ਬੜੀ ਚਰਚਾ ਹੋਈ ਹੈ, ਬਾਹਰ ਵੀ ਬੜੀ ਚਰਚਾ ਹੋਈ ਹੈ। ਉਹਦੇ ਅਲੱਗ-ਅਲੱਗ ਪ੍ਰਪੇਖ ਦੇ ਵਿੱਚ ਲੋਕ ਸੋਚ ਰਹੇ ਸੀ ਵੀ ਕੀ ਅਸੀਂ ਆਪਣੇ ਅਕੀਦੇ ਤੋਂ ਪਰਾਂ ਹੋ ਰਹੇ ਹਾਂ, ਅਸੀਂ ਤਾਂ ਪੰਜਾਬ ਦੀ ਪ੍ਰਭੂ ਸੱਤਾ ਸੰਪੰਨਤਾ ਦੀ ਸਾਡੇ ਤੋਂ ਸੂਤ ਨਹੀਂ ਆਉਂਦੀ, ਅਸੀਂ ਏਸ਼ੀਆ ਤੇ ਨਿਗਾਹ ਮਾਰੀ ਬੈਠੇ ਹਾਂ। ਕੁਛ ਇਹ ਵੀ ਦ੍ਰਿਸ਼ਟੀਕੋਣ ਆਇਆ ਤੇ ਹੁਣ ਵਾਪਸ ਆਉਂਦੇ ਹਾਂ ਜੀ ਆਪਾਂ ਗੱਲਬਾਤ ਸਰਦਾਰ ਮਨਤੀਰ ਸਿੰਘ ਹੋਣੀ, ਭਾਈ ਸਾਹਿਬ ਮਨਤੀਰ ਸਿੰਘ ਹੋਣੀ ਕਰਨਗੇ। ਭਾਈ ਸਾਹਿਬ ਸਿੰਘ ਗੱਲਬਾਤ ਕਰ ਰਹੇ ਨੇ, ਕੁਝ ਸਵਾਲ ਤੁਹਾਡੇ ਵੀ ਜਿਹੜੇ ਤੁਸੀਂ ਭੇਜਦੇ ਹੋ ਉਹ ਗੱਲਬਾਤ ਕਰ ਰਹੇ ਹਾਂ। ਅੱਛਾ ਭਾਈ ਸਾਹਿਬ, 1984 ਤੋਂ ਬਾਅਦ ਜਦ ਗੱਲ ਉਹ ਕਲੀਅਰ ਕਰ ਦਿੱਤੀ ਜਿੱਥੇ ਸੰਤ ਨਹੀਂ ਸਨ, ਉਹ ਵੀ ਜਿਹੜਾ ਗੁਰਦੁਆਰਿਆਂ ਤੇ ਹਮਲਾ, ਆਪਰੇਸ਼ਨ ਬੁਲਡੋਜ਼ਰ, ਆਪਰੇਸ਼ਨ ਚੇਜ਼, 84 ਤੋਂ 94 ਦਾ 10 ਸਾਲ ਕਹੀ ਤਾਂ ਜਾਂਦੀ ਆ ਆਸਾਮੀ ਲੜਾਈ, ਪਰ 2 ਜਾਂ 400 ਜਾਂ 500 ਤੋਂ ਵੱਧ ਕਦੇ ਸੰਘਰਸ਼ੀਲ ਯੋਧੇ ਨਹੀਂ ਰਹੇ। ਨਾਸੀ ਧੂੰਆਂ ਉਸ ਤਖਤ ਦੇ 10 ਸਾਲ ਆਇਆ ਰਿਹਾ, ਹਰ ਚੀਜ਼ ਉਹਦੇ ਤੇ ਵਰਤੀ ਗਈ, ਕੀ ਕੁਛ ਹੋਇਆ, ਕਿਵੇਂ ਇਨਫਿਲਟ੍ਰੇਸ਼ਨ ਹੋਈ, ਕਿਵੇਂ ਗਦਾਰੀਆਂ ਹੋਈਆਂ, ਕਿਵੇਂ ਉਹਨਾਂ ਯੋਧਿਆਂ ਦੀ ਰਾਖ ਤੇ ਅੱਜ ਕੁਰਸੀਆਂ ਜਿਹੜੇ ਸਜਾਈ ਬੈਠੇ ਨੇ, ਜਿਹੜੇ ਕਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੇ ਅੰਗ ਰੱਖਿਆ ਕਹਾਉਂਦੇ ਸੀ, ਅੱਜ ਕਿਵੇਂ MLA ਤੇ ਸ਼੍ਰੋਮਣੀ ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਲਈ ਤਲਵੇ ਚੱਕਦੇ ਫਿਰਦੇ ਨੇ, ਭੱਜੇ ਫਿਰਦੇ ਨੇ। ਇਹ ਸਮੇਂ ਦੀ ਗੱਲ ਹੈ, ਜਿਸ ਦੇ ਜਿਹਦੀ ਪਿੱਠ ਉਸਨੇ ਥਾਪੜ ਨਹੀਂ ਆ, ਉਸਦੀ ਉਹ ਥਾਪੜ ਨਹੀਂ ਆ, ਇਹ ਗੱਲ ਨਹੀਂ ਹੈ, ਨਾ ਉਹਨਾਂ ਤੇ ਰੰਜ ਹੈ ਕੋਈ, ਉਹ ਆਈ ਇਸ ਤਰ੍ਹਾਂ ਸੀ। ਤਾਂ ਹੀ ਇਸ ਸੰਘਰਸ਼ ਦੇ ਵਿੱਚ, ਇਸ ਜੰਗ ਦੇ ਵਿੱਚ ਉਹਨਾਂ ਨੂੰ ਰੱਖਿਆ ਵੀ ਉਧਰ ਨੂੰ ਹੀ ਸੀ ਵੀ ਤੁਸੀਂ ਅਕਾਲ ਤਖਤ ਸਾਹਿਬ ਬਣਨਾ ਰਹੋ, ਇੱਧਰ ਹੀ ਰਹੋ, ਇੱਧਰੋਂ ਹੀ ਚਲੇ ਜਾਣਾ, ਤੁਸੀਂ ਮੋਢੇ ਤੇ ਪਰਨਾ ਰੱਖ ਕੇ ਤੇ ਤੁਰ ਗਏ ਉਹ। ਤੇ ਹੁਣ ਇਹ ਦੱਸਿਓ ਕਿ 1984 ਤੋਂ ਬਾਅਦ ਜਿਹੜਾ ਸਮਾਂ, ਜਿਹੜੀ ਅਸਲ ਸੀ ਸਾਡੀ, ਜਿਹੜੀ ਧੁੰਨੀ ਤੇ ਤੀਰ ਸਿੱਧੇ ਮਾਰਨੇ ਸੀ, ਸਾਡੇ ਦਿਲ ਤੇ ਵਾਰ ਕਰਨਾ ਸੀ, ਉਹ ਜਿਹੜੇ ਵਾਰ ਤੋਂ ਬਾਅਦ ਜਿਹੜੀ ਦੁਬਾਰਾ ਵਾਰਤਾਂ ਲਿਖੀਆਂ, ਸ਼ੌਕ ਡਾਕਟਰੀਨ ਜਿਹੜੀ ਹੈ, ਜਿਵੇਂ ਨਯੋਮੀ ਕਲੈਨ ਲਿਖਦੀ ਹੈ ਵੀ ਕਿਵੇਂ ਕਿਵੇਂ ਕੀ ਕੁਛ ਹੁੰਦਾ, ਉਹਦੇ ਵਿੱਚ ਤੁਸੀਂ ਕੀ ਆਪਣੀ ਨਿਗਾਹ ਦੇ ਨਾਲ ਕੀ ਵੇਖਦੇ ਹੋ ਕਿ 36 ਵਰ੍ਹਿਆਂ 'ਚ ਸਾਨੂੰ ਕਿੱਥੇ ਲਿਆ ਕੇ ਖੜਾਇਆ, ਉਹ ਕੀ ਹੈ, ਤੇ ਉਹਦੇ ਵਿੱਚੋਂ ਅੱਗੇ ਅਸੀਂ ਕੀ ਵੇਖਦੇ ਹਾਂ? ਇਸ ਨੂੰ ਆਪਾਂ ਇਸ ਤਰ੍ਹਾਂ ਸਮ ਅਪ ਕਰਾਂਗੇ। ਹਾਂ, ਇੱਕ ਤਾਂ ਜਿਹੜਾ ਜੂਨ 84 ਵਾਲਾ ਜਿਹੜਾ ਇਹ ਜੰਗ ਹੈ, ਜਿਹੜਾ ਐਡਾ ਵੱਡਾ ਹਮਲਾ ਕੀਤਾ ਗਿਆ ਹੈ ਨਾ, ਇੱਕ ਤਾਂ ਇਹਦਾ ਪੱਖ ਇਹ ਸੀਗਾ ਕਿ ਸਿੱਖਾਂ ਨੂੰ ਬਹੁਤ ਵੱਡੇ ਇੱਕ ਈਵਲ ਦਿਖਾ ਕੇ, ਇੱਕ ਰਾਖਸ਼ ਤਾਕਤ ਦਿਖਾ ਕੇ ਤੇ ਮੁੜ ਕੇ ਉਹਨਾਂ ਨੂੰ ਬਿਲਕੁਲ ਖਤਮ ਕਰਕੇ ਉਹ ਚਾਹੁੰਦੇ ਸੀਗੇ ਕਿ ਇੰਡੀਆ ਦਾ ਇੰਨਾ ਵੱਡਾ ਸਾਰਾ ਹਿੱਸਾ ਹੈ, ਉਹਦੇ ਸੈਂਟੀਮੈਂਟ ਭੜਕਾ ਕੇ ਅਸੀਂ ਇੰਡੀਆ ਇਕੱਠਾ ਰੱਖ ਸਕੀਏ। ਤੇ ਇਹ ਉਹਨਾਂ ਦਾ ਆਈਡੀਆ ਸੀਗਾ।
ਦੂਸਰਾ ਆਈਡੀਆ ਉਹਨਾਂ ਦਾ ਇਹ ਸੀਗਾ ਕਿ ਸਿੱਖਾਂ ਨੂੰ ਜਿਸ ਵਿਚਾਰ ਤੋਂ ਵਿਪਰਵਾਦੀ ਵਿਚਾਰ ਨੂੰ ਸਭ ਤੋਂ ਵੱਧ ਖਤਰਾ ਹੈ, ਉਸ ਜਿਹੜੇ ਲੋਕ ਹੈ ਸਿੱਖਾਂ ਦਾ ਜਿਹੜਾ ਮਾਈਂਡ ਹੈ ਉਹਨੂੰ ਕਾਬੂ ਕਰਿਆ ਜਾਏ। ਉਹਨਾਂ ਨੂੰ ਜਿੱਦਾਂ ਸੰਤ ਜਰਨੈਲ ਸਿੰਘ ਜੀ ਹੋਣਾ ਨੂੰ ਜਾਂ ਉਹਨਾਂ ਦੇ ਫਾਈਟਰਾਂ ਨੂੰ, ਇਹਨਾਂ ਨੂੰ ਇਹ ਅੰਦਾਜ਼ਾ ਸੀਗਾ ਆਪਣੇ ਹਥਿਆਰਾਂ ਦੀ, ਆਪਣੀ ਫੌਜ ਦੀ ਤਾਕਤ ਦੇ ਸਿਰ ਤੇ ਕਿ ਉਹ ਹੱਥ ਖੜੇ ਕਰ ਦੇਣਗੇ। ਤੇ ਉਹ ਹੱਥ ਖੜੇ ਕਰਕੇ ਜਦੋਂ ਉਹ ਆਪਦੀ ਮਿਹਨਤ ਕਰਨਗੇ ਤੇ ਉਹਨਾਂ ਨੂੰ ਅਸੀਂ ਦਿਖਾ ਕੇ ਇਹਨਾਂ ਨੂੰ ਬਿਲਕੁਲ ਮਾਨਸਿਕ ਤੌਰ ਤੇ ਟੁੱਟ ਚੁੱਕੀ ਕੌਮ ਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਲੈ ਕੇ ਆਵਾਂਗੇ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹ 3 ਦਿਨ ਲੜਾਈ ਲੜੀ ਤੇ ਉਸ ਲੜਾਈ ਤੋਂ ਇੰਸਪਾਇਰ ਹੋ ਕੇ ਅਗਲੇ 10 ਸਾਲ ਜਿਸ ਤਰੀਕੇ ਦੇ ਨਾਲ ਇੱਥੇ ਖਾਲਸਾ ਪੰਥ ਨੇ ਤੇਗ ਵਾਈ, ਉਹਦਾ ਬਿਲਕੁਲ ਉਹਨਾਂ ਨੂੰ ਅੰਦਾਜ਼ਾ ਕਿਆਸ ਨਹੀਂ ਸੀਗਾ ਕਿ ਸਿੱਖ ਇਸ ਤਰੀਕੇ ਦੇ ਨਾਲ ਰਿਸਪੌਂਡ ਕਰਨਗੇ। ਸੋ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੇ 84 ਤੋਂ ਬਾਅਦ ਜਿਹੜੀਆਂ ਆਪਰੇਸ਼ਨ ਵੁਡਰੋਜ਼ ਤੋਂ ਬਾਅਦ ਅਪਲਾਈ ਕਰਨੀਆਂ ਸੀਗੀਆਂ, ਉਹ ਅਪਲਾਈ ਕਰਨ ਲਈ ਉਹਨਾਂ ਨੂੰ ਫਿਰ 10 ਸਾਲ ਡੀਕਣਾ ਪੈ ਗਿਆ, ਜਿੰਨਾ ਟਾਈਮ ਤੱਕ ਉਹਨਾਂ ਨੇ ਇਹ ਖਾੜਕੂ ਮੂਵਮੈਂਟ ਜਿਹੜੀ ਹੈਗੀ ਸਿੱਖਾਂ ਦੀ ਉਹ ਕੰਟਰੋਲ ਕੀਤੀ। ਖਾੜਕੂ ਮੂਵਮੈਂਟ ਨੂੰ ਕੰਟਰੋਲ ਕਰਨਾ ਕਿਸ ਤਰੀਕੇ ਨਾਲ ਕੀਤੀ, ਕਿੰਨੀਆਂ ਧਿਰਾਂ ਸਟੇਟ ਦੀਆਂ ਏਜੰਸੀਆਂ, ਕਿੰਨੀਆਂ ਸਿੱਖਾਂ ਦੀਆਂ ਧਿਰਾਂ, ਪੋਲੀਟੀਕਲ ਤੋਂ ਲੈ ਕੇ ਇੰਟਲੈਕਚੁਅਲ ਤੱਕ ਸਾਰੀਆਂ, ਕਿਸ ਤਰ੍ਹਾਂ ਉਹਨਾਂ ਨੇ ਸਟੇਟ ਦਾ ਸਾਥ ਦਿੱਤਾ, ਉਹ ਇੱਕ ਬੜਾ ਮਤਲਬ ਗੰਭੀਰ ਮਸਲਾ ਹੈਗਾ। ਕਿਸ ਤਰੀਕੇ ਦੇ ਨਾਲ ਕਿੱਡਾ ਵੱਡਾ ਹਿੱਸਾ ਉੱਧਰ ਖੜ ਗਿਆ, ਉਹਦੇ ਬਾਵਜੂਦ 10 ਸਾਲ ਤੱਕ ਕੁਛ ਇੱਕ ਬੰਦੇ ਹੀ ਪੰਜਾਬ ਦੀ ਧਿਰ ਬਣ ਕੇ ਲੜਦੇ ਰਹੇ ਹਨ। ਸੋ ਬਟ ਉਹ ਜਿਹੜੀ ਉਹਨਾਂ ਨੇ ਪਾਲਿਸੀ 84 ਤੋਂ ਇਮੀਡੀਏਟ ਬਾਅਦ ਅਪਲਾਈ ਕਰਨੀ ਸੀਗੀ, ਉਹਨਾਂ ਨੂੰ ਡੀਕਣਾ ਪਿਆ। ਉਹ ਫਿਰ 94 ਤੋਂ ਬਾਅਦ ਖਾੜਕੂ ਮੂਵਮੈਂਟ ਤੋਂ ਬਾਅਦ ਉਹਨਾਂ ਨੇ ਕੀਤੀ। ਤੇ ਜਦੋਂ ਜਿਹਦੇ ਵਿੱਚ ਉਹਨਾਂ ਨੇ ਐਜੂਕੇਸ਼ਨ ਪਾਲਿਸੀ ਦੇ ਰਾਹੀਂ ਤੇ ਜਿਹੜੀ ਕਲਚਰਲ ਪਾਲਿਸੀ ਆ ਉਹਦੇ ਰਾਹੀਂ ਸਿੱਖਾਂ ਦੀ ਬੇਸਿਕ ਜਿਹੜੀ ਇੱਥੇ ਦੇ ਕਲਚਰ ਦੀਆਂ ਮਾਨਤਾਵਾਂ ਨੇ ਉਹ ਬਦਲਣ ਦੀਆਂ ਗੱਲਾਂ ਕੀਤੀਆਂ। ਜਿਸ ਤਰੀਕੇ ਨਾਲ ਜਿਹੜਾ ਨਸ਼ਾ ਹੈ ਉਹ ਪੰਜਾਬ ਦੇ ਵਿੱਚ ਕਦੇ ਵੀ ਨਸ਼ਾ ਚੰਗਾ ਨਹੀਂ ਮੰਨਿਆ ਗਿਆ ਸੀਗਾ, ਕਿਉਂਕਿ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਗੁਰਮਤ ਤੋਂ, ਸਿੱਖ ਇਤਿਹਾਸ ਤੋਂ, ਸਿੱਖ ਤਵਾਰੀਖ ਤੋਂ ਪ੍ਰਭਾਵਿਤ ਰਿਹਾ। ਤੇ ਉਹਦੇ ਸਿੱਖੀ ਤੋਂ ਪ੍ਰਭਾਵਿਤ ਹੋਣ ਕਰਕੇ ਚਾਹੇ ਜਿਹੜੇ ਨੌਨ ਸਿੱਖ ਵੀ ਸੀਗੇ ਉਹਨਾਂ ਦੇ ਵਿੱਚ ਵੀ ਨਸ਼ੇ ਦੇ ਪ੍ਰਤੀ ਜਿਹੜੀ ਆ ਉਹ ਕੋਈ ਆਦਰ ਵਾਲੀ ਗੱਲ ਨਹੀਂ ਸੀਗੀ, ਉਹਨੂੰ ਮਾੜਾ ਹੀ ਗਿਣਿਆ ਜਾਂਦਾ ਸੀਗਾ। ਜਿਹੜੀ ਔਰਤ ਹੈ, ਔਰਤ ਦਾ ਜਿਹੜਾ ਸਥਾਨ ਹੈ ਉਹ ਪੰਜਾਬ ਦੇ ਵਿੱਚ ਉੱਚਾ ਗਿਣਿਆ ਜਾਂਦਾ ਰਿਹਾ ਹੈ ਸਿੱਖੀ ਕਰਕੇ। ਇੱਕ ਜਿੱਦਾਂ ਬਾਕੀ ਹਿੰਦੁਸਤਾਨ ਦੇ ਵਿੱਚ ਬ੍ਰਾਹਮਣਵਾਦੀ ਆਈਡੀਏ ਕਰਕੇ ਉਹਨੂੰ ਪੈਰ ਦੀ ਜੁੱਤੀ ਜਾਂ ਮਤਲਬ ਘੱਟ ਨੀਵੇਂ ਦਰਜੇ ਦੀ ਮੰਨਿਆ ਜਾਂਦਾ ਸੀਗਾ, ਪੰਜਾਬ ਦੇ ਵਿੱਚ ਉਸ ਤਰ੍ਹਾਂ ਨਹੀਂ ਸੀਗੀ। ਜਾਂ ਵੈਸਟ ਦੇ ਵਿੱਚ ਜਿਸ ਤਰ੍ਹਾਂ ਉਹਨੂੰ ਇੱਕ ਆਬਜੈਕਟ ਦੇ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ, ਕਮੋਡਿਟੀ ਦੇ ਤੌਰ ਦੇ ਉੱਤੇ ਹੀ ਔਰਤ ਦੇ ਸਰੀਰ ਨੂੰ ਦੇਖਿਆ ਜਾਂਦਾ, ਪੰਜਾਬ ਜਿਸ ਤਰ੍ਹਾਂ ਦੀਆਂ ਮਾਨਤਾ ਨਹੀਂ ਸੀਗੀਆਂ, ਜਿਹੜੀਆਂ 94 ਤੋਂ ਬਾਅਦ ਫਿਰ ਉਹ ਗੀਤ ਸੰਗੀਤ ਦੇ ਰਾਹੀਂ ਲੈ ਕੇ ਆਏ। ਨਸ਼ੇ ਵਾਲੀਆਂ, ਇਸ ਪਦਾਰਥਕ ਤੇ ਜਿਹੜੀਆਂ ਮਨੋਵਿਕਾਰਾਂ ਨੂੰ ਵਧਾਉਣ ਵਾਲੀਆਂ ਚੀਜ਼ਾਂ ਪੰਜਾਬ ਦੇ ਵਿੱਚ ਲੈ ਕੇ ਆਏ। ਤੇ ਇੱਕ ਵਿਰਤੀ ਸਪੈਸ਼ਲ ਲੈ ਕੇ ਆਏ ਜਿਹੜੀ 97 ਤੋਂ ਬਾਅਦ ਤੁਸੀਂ ਦੇਖੋਗੇ ਕਿ ਪੰਜਾਬ ਦੇ ਲੋਕਾਂ ਨੂੰ ਹੌਲੀ ਹੌਲੀ ਮੰਗਤਾ ਬਣਾਉਣ ਵਾਲੀ ਜਿਹੜੀ ਵਿਰਤੀ ਸੀਗੀ। ਮਸਲਨ ਬਾਦਲ ਗਵਰਨਮੈਂਟ ਨੇ ਬਿਨਾਂ ਕਿਸਾਨਾਂ ਦੇ ਮੰਗੇ ਤੋਂ ਫ੍ਰੀ ਬਿਜਲੀ ਦੀ ਅਨਾਊਂਸਮੈਂਟ ਕੀਤੀ ਕਿ ਅਸੀਂ ਤੁਹਾਨੂੰ ਫ੍ਰੀ ਬਿਜਲੀ ਦਿਆਂਗੇ, ਫ੍ਰੀ ਆਟਾ ਦਿਆਂਗੇ, ਫ੍ਰੀ ਦਾਲਾਂ ਦਿਆਂਗੇ। ਪੰਜਾਬ ਦੇ ਵਿੱਚ ਕਿਸੇ ਵੀ ਵਰਗ ਦੀ ਕਦੇ ਇਹ ਮੰਗ ਨਹੀਂ ਰਹੀ ਸੀਗੀ। ਪੰਜਾਬ ਦੇ ਵਿੱਚ ਚਾਹੇ ਉਹ ਕਿਰਤੀ ਵਰਗ ਹੋਵੇ, ਚਾਹੇ ਉਹ ਕਾਰੀਗਰ ਵਰਗ ਹੋਵੇ, ਚਾਹੇ ਉਹ ਕਿਸਾਨ ਵਰਗ ਹੋਵੇ, ਸਾਰਾ ਹੀ ਇੰਨੀ ਸੱਚੀ ਕਿਰਤ ਕਰਨ ਦੇ ਕਾਬਲ ਸੀਗਾ ਕਿ ਉਹ ਆਪਦਾ ਅੰਨ ਪਾਣੀ ਕਮਾਉਣ ਜੋਗਾ ਤੇ ਇੱਕ ਚੰਗੀਆਂ ਸਹੂਲਤਾਂ ਜਿਹੜੀਆਂ ਆਪਣੇ ਸਮੇਂ ਦੇ ਮੁਤਾਬਕ ਪੰਜਾਬ ਦੇ ਮਾਹੌਲ ਮੁਤਾਬਕ ਠੀਕ ਸੀਗੀਆਂ ਉਨੀਆਂ ਕੁ ਤਾਂ ਪ੍ਰਾਪਤ ਕਰਨ ਯੋਗ ਸਦਾ ਹੀ ਰਿਹਾ। ਬਿਹਾਰ ਵਾਂਗੂ, ਉੜੀਸਾ ਵਾਂਗੂ ਇੱਥੇ ਕਦੇ ਉਹ ਮੰਗਾਂ ਨਹੀਂ ਸੀਗੀਆਂ ਕਿ ਸਾਨੂੰ ਕੁਛ ਫ੍ਰੀ ਦਿੱਤਾ ਜਾਏ। ਮੰਗਤਾ ਵਿਰਤੀ ਨਹੀਂ ਸੀ ਕਦੇ, ਕਹਿੰਦੇ ਸਿੱਖਾਂ 'ਚ ਕੋਈ ਜਾਂ ਪੰਜਾਬ ਦੇ ਵਿੱਚ ਪੰਜਾਬੀ ਮੰਗਤੇ ਨਹੀਂ ਹੁੰਦੇ। ਪਰ ਉਹ ਇੱਕ ਬਹੁਤ ਮਹੀਨ ਤਰੀਕੇ ਦੇ ਨਾਲ, ਸੂਖਮ ਤਰੀਕੇ ਦੇ ਨਾਲ ਪੋਲੀਟੀਕਲ ਡਿਸਕੋਰਸ ਦੇ ਰਾਹੀਂ ਉਹ ਚੀਜ਼ਾਂ ਪੰਜਾਬ ਦੀਆਂ ਫਿਤਰਤ ਬਦਲਣ ਵਾਲੀਆਂ ਜਿਹੜੀਆਂ ਉਹ ਸਟੇਟ ਨੇ ਲੈ ਕੇ ਆਉਂਦੀਆਂ ਨੇ। ਤੇ ਉਹਨਾਂ ਦੇ ਫਿਰ ਸਿੱਟੇ ਆਪਾਂ ਹੁਣ ਅਸੀਂ ਦੇਖ ਰਹੇ ਹਾਂ ਕਿ ਕਿੱਥੇ ਇੱਕ ਵਕਤ ਪੰਜਾਬ ਦੀ ਪੋਲੀਟਿਕਸ ਪੰਜਾਬੀ ਬੋਲਦੇ ਇਲਾਕੇ ਲੈਣ ਲਈ, ਆਪਣੀ ਪੰਜਾਬੀ ਬੋਲੀ ਨੂੰ ਸਥਾਪਿਤ ਕਰਨ ਲਈ ਲੜੀ ਗਈ, ਉਹਦੇ ਲਈ ਗ੍ਰਿਫਤਾਰੀਆਂ ਹੋਈਆਂ। ਉਸ ਤੋਂ ਬਾਅਦ ਜਦੋਂ ਅਗਲੇ ਪੱਧਰ ਤੇ ਗਈ, ਵੱਧ ਅਧਿਕਾਰ ਲੈਣ ਲਈ ਲੜੀ ਗਈ। ਉਸ ਤੋਂ ਅੱਗੇ ਇੱਕ ਆਜ਼ਾਦ ਮੁਲਕ ਲਈ ਲੜੀ ਗਈ। ਹੁਣ ਦੁਬਾਰਾ
97 ਤੋਂ ਬਾਅਦ 94 ਤੋਂ ਬਾਅਦ ਜਦੋਂ ਤੋਂ ਇਹ ਸਾਰੀਆਂ ਜਿਹੜੀਆਂ ਮਤਲਬ ਕਲਚਰਲ ਚੇਂਜਿਸ ਸੀਗੀਆਂ ਮਾਨਸਿਕ ਪੱਧਰ ਦੇ ਉੱਤੇ ਜਿਹੜੀਆਂ ਪੂਰੀ ਕੌਮ ਦੇ ਉੱਤੇ ਉਹਨਾਂ ਨੇ ਲਾਗੂ ਕੀਤੀਆਂ, ਉਹਨਾਂ ਤੋਂ ਬਾਅਦ ਆਪਾਂ 55 ਤੋਂ ਪਹਿਲਾਂ ਵਾਲੀ ਸਥਿਤੀ 'ਚ ਮੁੜ ਗਏ ਹਾਂ ਦੁਬਾਰਾ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਅੰਡਰ ਹੀ ਵੋਟਾਂ ਦੇ ਰਾਹੀਂ ਅਸੀਂ ਆਪਣੀ ਤਕਦੀਰ ਆ ਜਿਹੜੀ ਉਹ ਬਦਲ ਲੈਣੀ। ਜਿਹੜੀ 55 ਦੇ ਵਿੱਚ 56 ਦੇ ਵਿੱਚ ਸਿੱਖਾਂ ਨੇ ਦੇਖ ਲਈ ਸੀਗੀ ਕਿ ਇੰਡੀਆ ਦਾ ਜਿਹੜਾ ਇਹ ਪੋਲੀਟੀਕਲ ਸਟਰਕਚਰ ਹੈ, ਜਿਹੜਾ ਇਹ ਇੰਡੀਆ ਦਾ ਵੋਟ ਤੰਤਰ ਹੈ, ਇਹਦੇ ਵਿੱਚ ਸਾਡੀ ਨਿਆਰੀ ਪਛਾਣ ਤੇ ਪੰਜਾਬ ਦੇ ਜਿਹੜੇ ਰਾਜਸੀ ਹੱਕ ਹੈ ਉਹਨਾਂ ਉਹ ਮਹਿਫੂਜ਼ ਨਹੀਂ ਹੈ। ਤੋ ਉਹ ਸਾਰੀਆਂ ਇਹ ਚੇਂਜਸ ਲਿਆ ਕੇ ਸਾਨੂੰ 55 ਤੋਂ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਹੁਣ ਇਹ ਲੈ ਗਏ ਆ। ਇਸੇ ਕਰਕੇ ਅੱਜ ਸਾਡਾ ਵੱਡਾ ਹਿੱਸਾ ਉਹ ਹਰੇਕ ਇਲੈਕਸ਼ਨ ਵੇਲੇ ਇੱਕ ਨਵੀਂ ਵੋਟ ਪਾਰਟੀ ਦੇ ਨੂੰ ਹਮਾਇਤ ਦੇ ਕੇ ਸੋਚੀ ਜਾਂਦਾ ਕਿ ਖਰੇ ਕਦੇ ਮਤਲਬ ਜਿੱਦਾਂ ਪਹਿਲਾਂ ਪੀਪਲ ਪਾਰਟੀ ਸੀਗੀ, ਫਿਰ ਆਮ ਆਦਮੀ ਪਾਰਟੀ ਸੀਗੀ, ਜਾਂ ਕੱਲ੍ਹ ਕੋਈ ਹੋਰ ਇੱਦਾਂ ਦਾ ਅਲਾਇੰਸ ਬਣਨ ਦੇ ਸਾਰ ਬਣ ਜਾਂਦੇ ਆ। ਤੋ ਉਹਨਾਂ ਦੇ ਰਾਹੀਂ ਅਸੀਂ ਸੋਚ ਰਹੇ ਹਾਂ ਜਿਹੜੀ ਚੀਜ਼ 55 ਦੇ ਵਿੱਚ ਸਮਝ ਗਏ ਸੀਗੇ ਇਹ ਆਮ ਹਾਲਾਤ ਦੇ ਵਿੱਚ ਪੰਜਾਬ ਦੇ ਲੋਕ ਕਿ ਇਹ ਸਾਡੇ ਹੱਕ ਨਹੀਂ ਸਾਨੂੰ ਇਹ ਦਵਾ ਸਕਦੀ ਇਹ ਪੋਲੀਟੀਕਲ ਲਾਈਨ ਵੋਟ ਤੰਤਰ ਵਾਲੀ, ਅੱਜ ਆਪਾਂ ਉੱਥੇ ਪਹੁੰਚ ਗਏ ਹਾਂ ਦੁਬਾਰਾ ਇੱਕ ਹਿੱਸਾ। ਪਰ ਦੂਸਰੇ ਪਾਸੇ ਇੱਕ ਇਹਦਾ ਦੂਸਰਾ ਪੱਖ ਵੀ ਮੈਂ ਲੈ ਕੇ ਆਉਣਾ ਚਾਹੁੰਦਾ, ਉਹ ਇਹ ਹੈ ਕਿ ਉਹਦੇ ਨਾਲ ਨਾਲ ਜਿਹੜੀ ਨਵੀਂ ਪੀੜ੍ਹੀ ਆ ਜਿਹੜੀ ਮਤਲਬ 40 ਸਾਲ ਤੋਂ ਥੱਲੇ 45 ਸਾਲ ਤੋਂ ਥੱਲੇ ਆ, ਉਹਦੇ ਵਿੱਚ ਇੱਕ ਬਹੁਤ ਵੱਡਾ ਪ੍ਰਭਾਵਸ਼ਾਲੀ ਵਰਗ ਹੁਣ ਇਸ ਸਟੇਟ ਦੀ ਸਾਰੀ ਪਾਲਿਸੀ ਨੂੰ ਸਮਝਦਾ ਹੈ, ਜਿਹਦੇ ਉੱਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਰੱਖੋ ਜਾਂ ਉਹਨਾਂ ਦੇ ਆਪ ਦੇ ਕਿਰਦਾਰ ਦੀ ਗੱਲ ਮੰਨੋ ਕਿ ਬਹੁਤ ਵੱਡਾ ਹਿੱਸਾ ਪੰਜਾਬ ਦੇ ਵਿੱਚ ਔਰ ਖਾਸ ਕਰ ਪੰਜਾਬ ਤੋਂ ਬਾਹਰ ਇੱਕ ਐਸਾ ਸਿੱਖਾਂ ਦੇ ਵਿੱਚ ਹੁਣ ਹੈ ਜਿਹੜਾ ਸਟੇਟ ਦੀ ਇਹ ਸਾਰੀ ਪਾਲਿਸੀ ਜਾਂ ਜਿਹੜੀ ਸਿੱਖਾਂ ਦੇ ਉੱਤੇ ਜਿਹੜਾ ਇਹ ਮਨੋਵਿਗਿਆਨਕ ਹਮਲਾ ਸੀਗਾ ਜਿਹੜਾ ਉਹਦੀ ਧਾਰ ਤੋਂ ਬਚ ਗਿਆ, ਉਦੋਂ ਬਾਹਰ ਰਹਿ ਗਿਆ, ਉਹ ਸਟੇਟ ਦੀ ਉਹਦੀ ਸਾਰੀ ਪਾਲਿਸੀ ਨੂੰ ਬੜੇ ਬਖੂਬੀ ਤਰੀਕੇ ਦੇ ਨਾਲ ਸਮਝਦਾ। ਤੇ ਜਿਹੜਾ ਮੇਰੇ ਖਿਆਲ ਦੇ ਵਿੱਚ ਇਕੱਲਾ ਸਮਝਦਾ ਨਹੀਂ ਹੈ, ਜਿਹੜਾ ਇਕੱਲੀ ਸਟੇਟ ਦੀ ਨਹੀਂ ਪਾਲਿਸੀ ਦੀ ਇਸ ਤਰ੍ਹਾਂ ਦੀ ਸਮਝਦਾ, ਪੂਰੀ ਇਸ ਖਿੱਤੇ ਦੀ ਪੋਲੀਟਿਕਸ ਦੇ ਬਾਰੇ ਵੀ ਜਿਹਨੂੰ ਇੱਕ ਮੋਟੀ ਸਮਝ ਬਣ ਗਈ ਹੋਈ ਹੈ, ਜਿਹਦੇ ਵਿੱਚੋਂ ਇੱਕ ਆਸ ਜਿਹੜੀ ਇੱਕ ਹੈਗੀ ਆ ਉਹ ਬਣ ਸਕਦੀ ਹੈ ਭਵਿੱਖ ਦੇ ਲਈ। ਤੋ ਇਹ ਗੁਰੂ ਦੀ ਬਰਕਤ ਦੇ ਨਾਲ ਇੱਕ ਇਸ ਤਰ੍ਹਾਂ ਦੀ ਧਾਰਾ ਵੀ ਹੈ ਨਾਲ। ਭਾਈ ਸਾਹਿਬ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਅਖੀਰ ਦੇ ਵਿੱਚ ਕੁਝ ਅਜਿਹਾ ਜਿਹੜਾ ਮੈਂ ਆਪਣੀ ਬੁੱਧ ਦੇ ਨਾਲ ਪੁੱਛ ਨਾ ਸਕਿਆ ਹੋਵਾਂ, ਤੁਸੀਂ ਕੁਝ ਐਡ ਇਹਦੇ ਵਿੱਚ ਕਰਨਾ ਚਾਹੋ ਤਾਂ ਪਲੀਜ਼ ਇਸ ਨੂੰ ਕਰਕੇ ਫਿਰ ਆਪਾਂ ਇਸ ਨੂੰ ਰੈਪ ਅਪ ਕਰਾਂਗੇ। ਕੁਝ ਐਡ ਕਰਨਾ ਚਾਹ ਮੈਂ ਕੋਈ ਬੇਨਤੀ ਕਰਨਾ ਚਾਹੁੰਦਾ ਕਿ ਸਿੱਖਾਂ ਦੀ ਪਿਛਲੇ 400 ਸਾਲ ਦੇ ਵਿੱਚ 500 ਸਾਲ ਦੇ ਵਿੱਚ ਇੱਕੋ ਹੀ ਨੁਕਤੇ ਦੇ ਉੱਤੇ ਲੜਾਈ ਰਹੀ ਹੈ, ਉਹ ਸਰਬੱਤ ਦੇ ਭਲੇ ਲਈ। ਤੋ ਅੱਜ ਦੇ ਵਕਤ ਜਿਹੜਾ ਜਰਵਾਣਾ ਦਿੱਲੀ ਦੇ ਤਖ਼ਤ ਦੇ ਉੱਤੇ ਬੈਠਾ ਉਹ ਵਿਪਰ ਸੰਸਕਾਰੀ ਧਿਰ ਹੈ, ਉਹ ਇਕੱਲੇ ਸਿੱਖਾਂ ਦਾ ਦਮਨ ਨਹੀਂ ਕਰ ਰਿਹਾ, ਸਿੱਖਾਂ ਤੋਂ ਬਿਨਾਂ ਇੱਥੇ ਬਾਕੀ ਸਾਰੇ ਧਰਮਾਂ ਦੀਆਂ ਸ਼ਡਿਊਲਡ ਕਾਸਟ, ਅਨੁਸੂਚਿਤ ਜਾਤੀਆਂ, ਆਦੀਵਾਸੀਆਂ, ਬਹੁਤ ਵੱਡੇ ਹੋਰ ਸਮਾਜਿਕ ਤੇ ਰਾਜਨੀਤਿਕ ਜਿਹੜੇ ਵਿਰੋਧੀ ਆ ਉਹਨਾਂ ਸਾਰਿਆਂ ਦਾ ਹੀ ਉਹ ਦਮਨ ਕਰ ਰਿਹਾ। ਸਿੱਖਾਂ ਦੇ ਵਿੱਚ ਤਵਾਰੀਖੀ ਤੌਰ ਦੇ ਉੱਤੇ ਵੀ ਇਹ ਸਮਰੱਥਾ ਹੈ ਕਿ ਉਹ ਇਹ ਸਾਰੀਆਂ ਨਿਤਾਣੀਆਂ ਧਿਰਾਂ ਦੀ ਧਿਰ ਬਣੇ, ਤੇ ਗੁਰੂ ਮਹਾਰਾਜ ਨੇ ਉਹਨਾਂ ਦੇ ਉੱਤੇ ਇੱਕ ਬੜਾ ਇਹ ਪਵਿੱਤਰ ਰੂਹਾਨੀ ਫਰਜ਼ ਵੀ ਦਿੱਤਾ ਹੋਇਆ ਕਿ ਉਹ ਸਾਰਿਆਂ ਦੀ ਧਿਰ ਬਣੇ। ਅੱਜ ਸਿੱਖਾਂ ਨੂੰ ਤਵਾਰੀਖ ਚੋਂ ਆਪਣੀ ਦੁਆਰਾ ਉਹ ਹੈਸੀਅਤ ਸਮਝਣ ਦੀ ਲੋੜ ਹੈ ਕਿ ਸਿੱਖ ਇਹਨਾਂ ਸਾਰਿਆਂ ਦੀ ਧਿਰ ਬਣ ਕੇ ਇਸ ਤਖ਼ਤ ਦੇ ਖਿਲਾਫ ਆਪਣਾ ਰੋਲ ਇੱਕ ਸਾਰਥਕ ਰੋਲ ਨਿਭਾਉਣ। ਤੇ ਬਦਲਾਅ ਦੇ ਹਾਲਾਤ ਹੈ ਜਿਹੜੇ ਉਹ ਇੱਥੇ ਬਣਦੇ ਜਾ ਰਹੇ ਹੈ। ਜਿਸ ਤਰੀਕੇ ਦੇ ਨਾਲ ਇਹ ਕਰੋਨਾ ਵਾਇਰਸ ਦੇ ਕਰਕੇ ਆਪਾਂ ਕ੍ਰਾਈਸਿਸ ਦੇਖਿਆ ਕਿ ਅਕਾਲ ਪੁਰਖ ਜਦੋਂ ਚਾਹੁੰਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਉਹ ਸਾਰੀ ਦੁਨੀਆ ਨੂੰ ਹਿਲਾ ਸਕਦਾ ਹੈ। ਅੱਜ ਤੁਸੀਂ ਇਹ ਦੇਖੋ ਕਿ ਦੁਨੀਆ ਦੇ ਉੱਤੇ ਨਾ ਅਮਰੀਕਾ ਦਾ ਰਾਜ ਹੈ, ਨਾ ਇੱਥੇ ਚੀਨ ਦਾ ਰਾਜ ਹੈ, ਨਾ ਇੱਥੇ UN ਦਾ ਰਾਜ ਹੈ, ਕਿਸੇ ਦਾ ਰਾਜ ਨਹੀਂ ਹੈ ਇਸ ਵਕਤ। ਕਿਸੇ ਦੁਨੀਆ ਦੀਆਂ ਸਾਰੀਆਂ ਵੱਡੀਆਂ ਤਾਕਤਾਂ ਦੀ ਕੋਈ ਹੈਸੀਅਤ ਨਹੀਂ ਰਹਿ ਗਈ ਹੈ। ਤੇ ਜੇ ਆਪਾਂ ਗੁਰੂ ਤੇ ਵਿਸ਼ਵਾਸ, ਗੁਰੂ ਤੇ ਸਿਦਕ ਰੱਖ ਕੇ ਗੁਰੂ ਦੇ ਆਸ਼ੇ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਖਿੱਤੇ ਦੇ ਵਿੱਚ ਜਿਹੜੀਆਂ ਪੋਲੀਟੀਕਲ ਸਟਰਕਚਰ ਹੈਗੇ ਆ ਉਹ ਕਿਸੇ ਵੀ ਧਿਰ ਦਾ ਕੁਝ ਵੀ ਉਹਨੂੰ ਫਾਇਦਾ ਨਹੀਂ ਦੇ ਸਕੇ ਹੈ। 47 ਤੋਂ ਲੈ ਕੇ ਅੱਜ ਤੱਕ ਸਾਰੀਆਂ ਧਿਰਾਂ ਸ਼ੋਸ਼ਣ ਦਾ ਸ਼ਿਕਾਰ ਰਹੀਆਂ ਨੇ ਤੇ ਸਾਰੇ ਹੀ ਔਖੇ ਨੇ। ਇਕੱਲਾ ਇਹ ਇੰਡੀਆ ਦੀ ਗੱਲ ਨਹੀਂ ਹੈ, ਇਸ
ਪੂਰੇ ਖਿੱਤੇ ਦੀ ਇਹ ਗੱਲ ਹੈ ਕਿ ਇੱਥੇ ਪੋਲੀਟੀਕਲ ਚੇਂਜਸ ਜਿਹੜੀਆਂ ਪਿਛਲੇ ਕਿੰਨੇ ਸਮੇਂ ਤੋਂ ਡਿਊ ਆ ਉਹ ਕਿਸੇ ਵੀ ਇੱਕ ਘਟਨਾ ਨਾਲ ਸ਼ੁਰੂ ਹੋ ਸਕਦੀ ਹੈ। ਇਸ ਕਰਕੇ ਸਿੱਖਾਂ ਨੂੰ ਇਕੱਲੇ ਆਪਣੀ ਪੰਜਾਬ ਦੀ ਵੋਟ ਪੋਲਿਟਿਕਸ ਜਿਹੜੀ ਇਹ ਸਾਰੇ ਵੱਡੇ ਵਰਤਾਰੇ ਦੀ ਪੋਲਿਟਿਕਸ ਦਾ ਇੱਕ ਫੁੱਟਨੋਟ ਵੀ ਨਹੀਂ ਹੈ, ਇਹ ਬਹੁਤ ਛੋਟਾ ਜਿਹਾ ਬਿੰਦੂ ਆ ਇੱਥੇ ਦੀ ਵੋਟ ਪੋਲਿਟਿਕਸ। ਜਾਂ ਸਿੱਖਾਂ ਦਾ ਸਾਰਾ ਜ਼ੋਰ ਸ਼੍ਰੋਮਣੀ ਕਮੇਟੀ ਤੇ ਲੱਗਾ ਰਹਿੰਦਾ ਕਿ ਅਸੀਂ ਉਹਦੇ ਵਿੱਚ ਆਦਤ ਨੂੰ ਬਦਲ ਦਈਏ, ਉਹ ਬਹੁਤ ਛੋਟੀਆਂ ਗੱਲਾਂ ਨੇ। ਠੀਕ ਹੈ, ਮੈਂ ਕਹਿੰਦਾ ਕਿ ਜੇ ਤੁਸੀਂ ਉਹਦੇ ਵਿੱਚ ਵੀ ਕੁਝ ਕਰ ਸਕਦੇ ਹੋ ਉਹ ਵੀ ਕਰੋ, ਪਰ ਉਹਦੀ ਬਜਾਏ ਸਿੱਖਾਂ ਦਾ ਰੋਲ ਬਹੁਤ ਵੱਡਾ ਬਣਦਾ ਹੈ ਇਸ ਵਿੱਚ। ਸਾਨੂੰ ਉਸ ਧਰਮ ਦੇ ਵਿੱਚ ਸੋਚਣਾ ਪੈਣਾ, ਉਸ ਧਰਮ ਦੇ ਵਿੱਚ ਹੀ ਸੋਚਣਾ ਚਾਹੀਦਾ ਹੈ। ਇਹ ਮੇਰੀ ਬੇਨਤੀ ਹੈ ਸਾਰਿਆਂ ਦੇ ਲਈ। ਧੰਨਵਾਦ ਬਹੁਤ ਬਹੁਤ ਸਾਰਿਆਂ ਵੱਲੋਂ। ਗੁਰੂ ਪਾਤਸ਼ਾਹ ਕਿਰਪਾ ਰੱਖੇ, ਤੰਦਰੁਸਤ ਚੜ੍ਹਦੀ ਕਲਾ 'ਚ ਤੁਸੀਂ ਰਹੋ। ਫਿਰ ਕਿਤੇ ਸਮਾਂ ਮਿਲਿਆ ਬੇਨਤੀ ਕਰਾਂਗੇ ਤੇ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮਨਤੀਰ ਸਿੰਘ ਹੁਣੀ ਗੱਲਬਾਤ ਕਰ ਰਹੇ ਸੀ। ਭਾਈ ਸਾਹਿਬ ਦੇ ਬਹੁਤ ਲੈਕਚਰ YouTube ਤੇ ਮਨਤੀਰ ਸਿੰਘ ਹੋਰਾਂ ਦੇ ਨਾਮ ਦੇ ਨਾਲ ਤੁਸੀਂ ਲੱਭ ਸਕਦੇ ਹੋ। ਸਿੱਖ ਸਿਆਸਤ ਤੇ ਉਹਨਾਂ ਦੇ ਲੈਕਚਰ ਪਏ ਨੇ। ਕਮਲਜੀਤ ਸਿੰਘ ਹੋਣੀ ਪ੍ਰਿੰਸੀਪਲ ਖਡੂਰ ਸਾਹਿਬ ਤੇ ਉਸ ਤੋਂ ਬਾਅਦ ਡਾਕਟਰ ਸੇਵਕ ਸਿੰਘ। ਇੱਕ ਅਲੱਗ ਨਜ਼ਰੀਏ ਤੋਂ ਇਹ 1980 ਦਾ ਜਨਮ ਹੈ ਭਾਈ ਸਾਹਿਬ ਦਾ, ਤੇ ਇਹ ਅਲੱਗ ਨਜ਼ਰੀਏ ਤੋਂ ਸਿੱਖ ਰਾਜਨੀਤੀ ਦੇ ਵਿੱਚ ਵੇਖਦੇ ਆ ਤੇ ਗੁਰੂ ਆਸ਼ਰਮ ਮੁਤਾਬਕ ਜਿਹੜੀ ਉਹ ਸਾਡੇ ਸਰਬੱਤ ਦੇ ਭਲੇ ਦੀ ਸੋਚ ਤੇ ਖਾਲਸਾਈ ਜਿਹੜੇ ਨਿਆਰੇ ਰੰਗ ਦੇ ਵਿੱਚ ਰਹਿ ਕੇ ਇਹ ਗੱਲਬਾਤ ਕਰਦੇ ਆ।